We celebrate this Friday as Good Friday. ਅਸੀਂ ਅੱਜ ਦਾ ਜਿਹੜਾ ਸ਼ੁਭ ਸ਼ੁੱਕਰਵਾਰ ਹੈ, ਚੰਗਾ ਸ਼ੁੱਕਰਵਾਰ, ਇੱਕ ਗੁੱਡ ਫਰਾਈਡੇ ਦੇ ਨਾਲ ਅਸੀਂ ਮਨਾਉਂਦੇ ਹਾਂ। We term this as Good Friday. ਅਸੀਂ ਇਸ ਨੂੰ ਇੱਕ ਚੰਗਾ ਸ਼ੁੱਕਰਵਾਰ ਦੇ ਨਾਲ ਜਾਣਿਆ ਜਾਂਦਾ ਹੈ। But it was not a Good Friday for Jesus. ਪਰ ਯਿਸੂ ਮਸੀਹ ਦੇ ਲਈ ਇੱਕ ਚੰਗਾ ਸ਼ੁੱਕਰਵਾਰ ਨਹੀਂ। Keep this in mind. It was not a Good Friday for Jesus at all. ਆਪਣੇ ਦਿਮਾਗ ਦੇ ਵਿੱਚ ਇੱਕ ਗੱਲ ਨੂੰ ਰੱਖੀਏ ਕਿ ਯਿਸੂ ਮਸੀਹ ਦੇ ਲਈ ਇੱਕ ਚੰਗਾ ਸ਼ੁੱਕਰਵਾਰ ਨਹੀਂ ਸੀ। But he knew what is about to happen in his life. ਪਰ ਉਹ ਜਾਣਦਾ ਸੀ ਕਿ ਮੇਰੇ ਜੀਵਨ ਦੇ ਵਿੱਚ ਕੀ ਹੋਣ ਲਈ ਜਾ ਰਿਹਾ ਹੈ। So he was very much prepared for that Friday. ਤੇ ਯਿਸੂ ਮਸੀਹ ਉਹ ਸ਼ੁੱਕਰਵਾਰ ਦੇ ਲਈ ਪਹਿਲਾਂ ਹੀ ਤਿਆਰ ਸੀ। He was preparing for that Friday for the last 33 years. ਉਹ 33 ਸਾਲਾਂ ਤੋਂ ਇਸ ਸ਼ੁੱਕਰਵਾਰ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। And that preparation has led us to come over here. ਤੇ ਉਹੀ ਤਿਆਰੀ ਨੇ ਸਾਨੂੰ ਬਣਾਇਆ ਕਿ ਅੱਜ ਅਸੀਂ ਇੱਥੇ Keep ਇਕੱਠੇ this in ਹੋਈਏ। mind. That preparation has led us to come over here. ਤੇ ਇਸ ਗੱਲ ਨੂੰ ਦਿਮਾਗ 'ਚ ਰੱਖੀਏ ਕਿ ਉਸੇ ਤਿਆਰੀ ਨੇ ਸਾਨੂੰ ਬਣਾਇਆ ਕਿ ਅੱਜ ਅਸੀਂ ਇੱਥੇ ਇਕੱਠੇ ਹੋਈਏ। What Jesus did for us on that Calvary cross is the result of which we are over here. ਜੋ ਯਿਸੂ ਨੇ ਉਸ ਕਲਵਰੀ ਸਲੀਬ ਤੇ ਕੀਤਾ, ਉਹਦਾ ਹੀ ਅੱਜ ਰਿਜ਼ਲਟ ਹੈ, ਉਹਦਾ ਹੀ परिणाम है कि ਅਸੀਂ ਇੱਥੇ ਹਾਂ। Without Jesus we are nothing. ਅਸੀਂ ਯਿਸੂ ਦੇ ਬਿਨਾਂ ਕੁਝ ਨਹੀਂ ਹਾਂ। Let me tell you, without Jesus we are nothing. ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਯਿਸੂ ਦੇ ਬਿਨਾਂ ਕੁਝ ਨਹੀਂ ਹਾਂ। But let me add a statement. But let me add a statement over it also. ਤੇ ਮੈਂ ਤੁਹਾਨੂੰ ਇੱਕ ਲਾਈਨ ਇਹਦੇ ਉੱਤੇ ਜੋੜਨਾ ਚਾਹੁੰਦਾ ਹਾਂ। Without cross we are nothing. ਅਸੀਂ ਸਲੀਬ ਤੇ ਬਿਨਾਂ ਕੁਝ ਨਹੀਂ ਹਾਂ। Without Jesus we are nothing. ਯਿਸੂ ਦੇ ਬਿਨਾਂ ਅਸੀਂ ਕੁਝ ਨਹੀਂ ਹਾਂ। And without cross we are nothing. ਅਤੇ ਸਲੀਬ ਦੇ ਬਿਨਾਂ ਵੀ ਅਸੀਂ ਕੁਝ ਨਹੀਂ ਹਾਂ। With Jesus we are everything. ਅਸੀਂ ਯਿਸੂ ਦੇ ਨਾਲ ਸਭ ਕੁਝ ਹਾਂ। Hallelujah. Hallelujah. With Jesus we are ਅਸੀਂ everything. ਯਿਸੂ ਦੇ ਨਾਲ ਸਭ ਕੁਝ ਹਾਂ। Praise God. Hallelujah. Praise the Lord. Hallelujah. When Mel Gibson's Passion of the Christ became a mega hit movie in 2004. ਜਦੋਂ ਮੈਲ ਗਿਬਸਨ ਦੀ ਜਿਹੜੀ ਇੱਕ ਮੂਵੀ ਆਈ ਸੀ, ਫਿਲਮ 2004 ਦੇ ਵਿੱਚ, ਜਦੋਂ ਬਹੁਤ ਹੀ ਜ਼ਿਆਦਾ ਚੜ ਗਈ ਸੀ, ਹਿੱਟ ਹੋ ਚੁੱਕੀ ਸੀ, There was a question that was raised. ਇੱਕ ਸਵਾਲ ਉੱਥੇ ਸੁਰਖੀਆਂ ਦੇ ਵਿੱਚ ਉੱਠਿਆ। The question was, why did Jesus die? ਤੇ ਇਹ ਜਿਹੜਾ ਸਵਾਲ ਸੀਗਾ ਉਹ ਇਦਾਂ ਸੀ ਕਿ ਯਿਸੂ ਮਸੀਹ ਕਿਉਂ ਮਰੇ। I'm sure most of you have watched this movie called The Passion of the Christ. ਹੋ ਸਕਦਾ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਫਿਲਮ ਨੂੰ ਵੇਖਿਆ ਹੋਵਾਗੇ। This question hit the headline saying, why did Jesus die? ਤੇ ਉਸ ਫਿਲਮ ਨੇ ਇਸ ਸਵਾਲ ਨੂੰ ਉਠਾਇਆ ਕਿ ਯਿਸੂ ਮਸੀਹ ਕਿਉਂ ਮਰਿਆ। Why did Jesus come and die? ਯਿਸੂ ਮਸੀਹ ਇਸ ਧਰਤੀ ਤੇ ਕਿਉਂ ਆਏ ਤੇ ਕਿਉਂ ਮਰੇ। But if you read the 4 Gospels, ਜਦੋਂ ਤੁਸੀਂ ਇਹਨਾਂ ਅੰਜੀਲਾਂ ਨੂੰ ਪੜ੍ਹਦੇ ਹੋ, we will read that Jesus was a good man. ਅਸੀਂ ਇਹਨਾਂ ਜਦੋਂ ਅੰਜੀਲਾਂ ਨੂੰ ਪੜ੍ਹਦੇ ਹਾਂ, ਅਸੀਂ ਇੱਥੇ ਵੇਖਦੇ ਕਿ ਯਿਸੂ ਮਸੀਹ ਇੱਕ ਚੰਗਾ ਬੰਦਾ ਸੀ। He was a good man who did good for everything. ਉਹ ਇੱਕ ਚੰਗਾ ਮਨੁੱਖ ਸੀ ਜਿਹਨੇ ਬਹੁਤ ਚੰਗੇ ਕੰਮ ਕੀਤੇ। And even his enemies testified about his integrity. ਇੱਥੋਂ ਤੱਕ ਕਿ ਉਹਦੇ ਜਿਹੜੇ ਦੁਸ਼ਮਣ ਸਨ, ਉਹ ਵੀ ਇਸ ਗੱਲ ਦੀ ਗਵਾਹੀ ਦਿੰਦੇ ਸਨ ਕਿ ਉਹ ਬਹੁਤ ਚੰਗਾ ਮਨੁੱਖ ਸੀ। Jesus healed the sick. ਯਿਸੂ ਮਸੀਹ ਨੇ ਬਿਮਾਰਾਂ ਨੂੰ ਚੰਗਿਆ ਕੀਤਾ। Jesus raised the dead. ਯਿਸੂ ਮਸੀਹ ਨੇ ਮੁਰਦਿਆਂ ਨੂੰ ਜਵਾਲਿਆ। He caused the blind to see. ਉਸਨੇ ਅੰਨਿਆਂ ਨੂੰ ਅੱਖਾਂ ਦਿੱਤੀਆਂ। He made the lame to walk. ਉਸਨੇ ਲੰਗੜਿਆਂ ਨੂੰ ਚਲਾਇਆ। And he preached the good news to the poor. ਅਤੇ ਉਹਨਾਂ ਲੋਕਾਂ ਨੂੰ ਉਸਨੇ ਸੁਸਮਾਚਾਰ ਸੁਣਾਇਆ। So Jesus was a good man. ਤੇ ਯਿਸੂ ਮਸੀਹ ਇੱਕ ਚੰਗਾ ਵਿਅਕਤੀ ਸੀ। He did nothing wrong. ਉਹਨੇ ਕੁਝ ਵੀ ਗਲਤ ਨਹੀਂ ਕੀਤਾ। He never sinned. ਉਹਨੇ ਕਦੇ ਪਾਪ ਨਹੀਂ He ਕੀਤਾ। never lied. ਉਹਨੇ ਕਦੇ ਝੂਠ ਨਹੀਂ ਸੀ He ਬੋਲਿਆ। never said any foul language. ਉਹਨੇ ਕਦੇ ਕੋਈ ਗਲਤ ਸ਼ਬਦਾਂ ਦਾ ਇਸਤੇਮਾਲ ਨਹੀਂ But ਕੀਤਾ। still Jesus came to die. ਪਰ ਫਿਰ ਵੀ ਯਿਸੂ ਮਸੀਹ ਨੇ ਉਸ ਸਲੀਬੀ ਮੌਤ ਤੇ ਮਰਨਾ ਪਿਆ। Jesus came to die for a reason. ਫਿਰ ਯਿਸੂ ਮਸੀਹ ਸਾਡੇ ਲਈ ਇਸ ਧਰਤੀ ਤੇ ਮਰਨ ਦੇ ਲਈ ਆਇਆ। So if so, then how come did Jesus end up on a Roman cross? ਜੇ ਇਦਾਂ ਦੀ ਗੱਲ ਹੈ ਤਾਂ ਯਿਸੂ ਮਸੀਹ ਫਿਰ ਰੋਮੀ ਕਰੂਸ ਤੇ ਉਸ ਸਲੀਬ ਤੇ ਕਿਉਂ ਮਰਿਆ। Now Jesus came to die. ਯਿਸੂ ਮਸੀਹ ਮਰਨ ਦੇ ਲਈ Now, ਆਇਆ। he could have died he could have some illness and he could have been over from this earth. ਹੋ ਸਕਦਾ ਸੀ ਕਿ ਉਹ ਕੋਈ ਬਿਮਾਰੀ ਉਸ ਨੂੰ ਲੱਗਦੀ ਹੈ, ਬਿਮਾਰੀ ਦੇ ਨਾਲ ਮਰ ਸਕਦਾ ਸੀ। But how come Jesus ended up on a Roman cross? ਪਰ ਯਿਸੂ ਮਸੀਹ ਉਹ ਰੋਮੀ ਸਲੀਬ ਤੇ ਕਿਉਂ ਮਰਿਆ। Now to know the answer of this question, I want you to open your Bibles to Isaiah chapter 53. ਮੈਂ ਚਾਹੁੰਦਾ ਹਾਂ ਕਿ ਇਸ ਸਵਾਲ ਦਾ ਜਿਹੜਾ ਉੱਤਰ ਹੈ ਤੁਹਾਨੂੰ ਮਿਲੇ ਤੇ ਤੁਸੀਂ ਯਸ਼ਾਇਆ ਦੀ ਪੁਸਤਕ
ਉਸ ਦਾ 53 ਅਧਿਆਇ ਨੂੰ ਕੱਢੋ। If you have your Bibles, please turn with me to Isaiah chapter ਜੇ 53. ਤੁਹਾਡੇ ਕੋਲ ਬਾਈਬਲ ਹੈ ਤਾਂ ਯਸ਼ਾਇਆ ਉਹਦਾ 53 ਅਧਿਆਇ ਨੂੰ ਕੱਢੋ। And as we read and as we listen to the word of God, I want all of you to be in that attitude of prayer. ਅਤੇ ਮੈਂ ਕਹਿਣਾ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਹਾਂ ਤਾਂ ਸੁਣਦੇ ਹਾਂ ਤੁਸੀਂ ਇਸ ਸੁਭਾਅ ਦੇ ਵਿੱਚ ਬਣੇ ਰਹੋ। And if you pray and if you're over here, the Lord will definitely speak to you. ਜੇ ਤੁਸੀਂ ਦੁਆ ਕਰਦੇ ਹੋ, ਜੇ ਦੁਆ ਕਰਕੇ ਆਏ ਹੋ ਤਾਂ ਸੱਚਮੁੱਚ ਅੱਜ ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਗੱਲਬਾਤ Maybe a ਕਰੇਗਾ। sentence or a statement that is going to transform you this morning. ਉਹ ਜਿਹੜਾ ਵਚਨ ਹੈ ਉਹ ਜਿਹੜੀਆਂ ਲਾਈਨਾਂ ਅੱਜ ਤੁਹਾਨੂੰ ਬਦਲਣ ਲਈ ਜਾ ਰਹੀਆਂ ਹਨ। So if you have your Bibles with you, please turn with me to Isaiah chapter 53 verse 1 to 7. ਜੇ ਤੁਹਾਡੇ ਕੋਲ ਬਾਈਬਲ ਹਨ ਤਾਂ ਤੁਸੀਂ 53 ਅਧਿਆਇ ਯਸ਼ਾਇਆ ਦਾ ਕੱਢੋ ਅਤੇ ਉਸ ਦਾ ਤੀਜਾ ਤੇ ਚੌਥਾ ਵਚਨ ਕੱਢੋ। I would be reading in English and then Ratan sir is going to read in Punjabi. It says, "Who has believed our message, and to whom has the arm of the Lord been revealed? He grew up before him like a tender shoot, and like a root out of dry ground. He had no beauty or majesty to attract us to him. Nothing in his appearance that we should desire. He was despised and rejected by mankind, a man of suffering and familiar with pain, like one from whom people hide their faces. He was despised, and we held him in low esteem. Surely he took up our pain and bore our sufferings. Yet we considered him punished by God, stricken by him and afflicted. But he was pierced for our transgressions. He was crushed for our iniquities. The punishment that brought us peace was on him, and by his wounds we are healed. We all, like sheep, have gone astray. Each of us has turned to our own way, and the Lord has laid on him the iniquity of us all. He was oppressed and afflicted, yet he did not open his mouth. He was led like a lamb to the slaughter, and as a sheep before its shearers is silent, so he did not open his mouth." ਯਸ਼ਾਇਆ ਉਹਦਾ 53 ਅਧਿਆਇ ਇੱਕ ਵਚਨ ਤੋਂ ਪੜਾਂਗੇ। ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ? ਉਹ ਤਾਂ ਕੁੰਭਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ ਤੇ ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਸ ਨੂੰ ਵੇਖਿਆ ਤਾਂ ਕੋਈ ਸੁਪਨ ਨਹੀਂ ਸੀ ਭਈ ਉਹ ਉਸ ਨੂੰ ਪਸੰਦ ਕਰੀਏ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਗਿਆ, ਇੱਕ ਦੁਖੀਆ ਮਨੁੱਖ ਅਤੇ ਸੋਗ ਦਾ ਜਾਣੂ, ਅਤੇ ਉਸ ਨੂੰ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ ਸਨ, ਅਤੇ ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਵਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਦੇ ਲਈ ਘਾਇਲ ਕੀਤਾ ਗਿਆ, ਸਾਡੀ ਬਦੀਆਂ ਦੇ ਕਾਰਨ ਕੁਚਲਿਆ ਗਿਆ, ਅਤੇ ਸਾਡੀ ਸ਼ਾਂਤੀ ਦੇ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾ ਨੇ ਸਾਡੀ ਸਾਰੀਆਂ ਦੀ ਬਦੀ ਉਸ ਉੱਤੇ ਲੱਦੀ। ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਉਸ ਨੇ ਆਪਣਾ ਮੂੰਹ ਨਾ ਖੋਲਿਆ। ਲੇਲੇ ਵਾਂਗੂ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ ਹੈ, ਅਤੇ ਭੇਡ ਵਾਂਗੂ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੂੰਗੀ ਹੈ, ਸੋ ਉਸ ਆਪਣਾ ਮੂੰਹ ਨਾ ਖੋਲਿਆ। Praise the Lord. Hallelujah. Hallelujah. May the Lord bless us with the reading and the hearing of the word of God. ਇਸ ਵਚਨ ਨੂੰ ਪੜ੍ਹਨ ਅਤੇ ਸੁਣਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਆਸ਼ੀਸ਼ No chapter helps us more in that quest than in Isaiah chapter 53. ਯਸ਼ਾਇਆ 53 ਅਧਿਆਇ ਨੂੰ ਛੱਡ ਕੇ ਕੋਈ ਹੋਰ ਅਧਿਆਇ ਸਾਨੂੰ ਇਸ ਨੂੰ ਸਮਝਣ 'ਚ ਮਦਦ ਨਹੀਂ ਕਰਦਾ। And in John chapter 12 verse 41, it says, Isaiah said this because he saw Jesus' glory and spoke about him. ਅਤੇ ਜਦੋਂ ਅਸੀਂ ਯਹੂਨਾ ਦੀ ਅੰਜੀਲ ਪੜ੍ਹਦੇ ਹਾਂ, ਉੱਥੇ ਪਰਮੇਸ਼ਵਰ ਦਾ ਵਚਨ 12 ਅਧਿਆਇ ਉਹਦੇ 41 ਵਚਨ ਵਿੱਚ ਲਿਖਿਆ ਹੈ ਕਿ ਉਸਨੇ ਪਰਮੇਸ਼ਵਰ ਦੀ ਮਹਿਮਾ ਨੂੰ ਵੇਖਿਆ, ਯਿਸੂ ਦੀ ਮਹਿਮਾ ਨੂੰ ਵੇਖਿਆ। Now this chapter, Isaiah chapter 53, was written 700 years before Jesus' birth.
ਯੀਸ਼ੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਇਹ ਵਚਨ ਲਿਖਿਆ ਗਿਆ ਸੀਗਾ। And I want all of you to be attentive in what I'm about to say. ਮੈਂ ਚਾਹੁੰਦਾ ਕਿ ਹੁਣ ਤੁਸੀਂ ਆਪਣੇ ਧਿਆਨ ਨੂੰ ਮੇਰੇ ਵੱਲ ਲਾਓ ਜੋ ਮੈਂ ਤੁਹਾਨੂੰ ਦੱਸਣਾ This ਚਾਹੁੰਦਾ। passage, Isaiah chapter 53, was written 700 years before Jesus' birth. ਯੀਸ਼ੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਯਸ਼ਾਇਆ ਨੇ ਇਹ ਵਚਨ ਨੂੰ ਲਿਖਿਆ ਸੀਗਾ। And in John chapter 12, we see that Isaiah is saying that he wrote this because he saw Jesus' glory. ਅਤੇ ਜਦੋਂ ਅਸੀਂ ਯਹੂਨਾ ਦੀ ਅੰਜੀਲ 12 ਅਧਿਆਇ ਦੇ 41 ਵਚਨ ਨੂੰ ਪੜ੍ਹਦੇ ਹਾਂ ਕਿ ਉਸਨੇ ਪਰਮੇਸ਼ਵਰ ਦੀ ਯਿਸੂ ਦੀ ਮਹਿਮਾ ਨੂੰ ਵੇਖਿਆ। During Isaiah's time, Jesus was not there. ਇਸ ਸਮੇਂ ਯੀਸ਼ੂ ਮਸੀਹ ਉੱਥੇ ਨਹੀਂ ਸੀ। But Isaiah, through a vision, he is seeing Jesus' glory. ਪਰ ਯਸ਼ਾਇਆ ਨੇ ਇੱਕ ਦਰਸ਼ਨ ਦੇ ਦੁਆਰਾ ਯਿਸੂ ਦੀ ਮਹਿਮਾ ਨੂੰ ਵੇਖਿਆ। And he is writing about this entire paragraph about the cross and ਅਤੇ ਉਹ Calvary. ਯੀਸ਼ੂ ਮਸੀਹ ਦੇ ਪੂਰੀ ਕਹਾਣੀ ਦੇ ਬਾਰੇ ਸਭ ਕੁਝ ਉੱਥੇ ਲਿਖ ਰਿਹਾ ਹੈ। And if you read chapter 53, Isaiah chapter 53, ਜਦੋਂ ਤੁਸੀਂ ਯਸ਼ਾਇਆ ਦੇ 53 ਅਧਿਆਇ ਨੂੰ ਪੜ੍ਹਦੇ ਹੋ, we understand that it is the Mount Everest of the Bible. ਅਸੀਂ ਵੇਖਦੇ ਹਾਂ ਕਿ ਬਾਈਬਲ ਦਾ ਜਿੱਦਾਂ ਕਿ ਮਾਊਂਟ ਐਵਰੈਸਟ ਉੱਚਾ ਹੁੰਦਾ ਹੈ ਉਸਦੇ ਉੱਚਿਆ ਵਿਖਾਉਂਦਾ ਹੈ। Keep this in mind. This is the Mount Everest of the Bible, Isaiah chapter 53. ਇਹ ਜਿਹੜਾ ਯਸ਼ਾਇਆ ਦਾ 53 ਅਧਿਆਇ ਹੈ ਇਹ ਬਾਈਬਲ ਦਾ ਇੱਕ ਮਾਊਂਟ ਐਵਰੈਸਟ ਵਾਂਗ ਹੈ ਜਿਹੜਾ ਕਿ ਉਚਾਈ ਤੇ ਹੈ। It is as if Isaiah was seated at the front row of Golgotha. ਇਹ ਇਦਾਂ ਜਾਪਦਾ ਹੈ ਕਿ ਜਿੱਦਾਂ ਯਸ਼ਾਇਆ ਜਿਹੜਾ ਗੋਲਗਤਾ ਪਹਾੜ ਹੈ ਉਹਦੇ ਸਾਹਮਣੇ ਪਹਿਲੀ ਕਤਾਰ ਤੇ ਬਹਿ ਕੇ ਸਭ ਕੁਝ ਵੇਖ ਰਿਹਾ ਹੈ। It is as if Isaiah was present over there. He is watching what is happening with Jesus on that cross. ਇਹ ਸਭ ਕੁਝ ਇਦਾਂ ਜਾਪਦਾ ਹੈ ਕਿ ਜਿੱਦਾਂ ਯਸ਼ਾਇਆ ਉਹ ਸਭ ਕੁਝ ਜੋ ਯਿਸੂ ਮਸੀਹ ਦੇ ਨਾਲ ਹੋਇਆ ਉਹ ਵੇਖ ਰਿਹਾ ਹੈ। And then he has written Isaiah chapter 53. ਤੇ ਤਦ ਉਸਨੇ ਯਸ਼ਾਇਆ 53 ਅਧਿਆਇ ਨੂੰ ਲਿਖਿਆ। But as you read this chapter, we will see that he has taken our griefs, our sorrows. ਪਰ ਜਦੋਂ ਤੁਸੀਂ ਇਸ ਅਧਿਆਇ ਨੂੰ ਪੜ੍ਹਦੇ ਹੋ ਇਹਨਾਂ ਵਚਨਾਂ ਨੂੰ ਪੜ੍ਹਦੇ ਹੋ ਤਾਂ ਲਿਖਿਆ ਕਿ ਉਸਨੇ ਸਾਡੇ ਰੋਕਾਂ ਨੂੰ ਸਾਡੀ ਬਦੀਆਂ ਨੂੰ ਚੁੱਕ ਲਿਆ। He has taken our transgressions. ਉਸਨੇ ਸਾਡੇ ਅਪਰਾਧਾਂ ਨੂੰ ਚੁੱਕ ਲਿਆ। He has taken our iniquities. ਉਹਨੇ ਸਾਡੀ ਬੁਰਾਈ ਸਾਡੇ ਕੁਧਰਮ ਸਾਡੀਆਂ ਬਦੀਆਂ ਨੂੰ ਚੁੱਕ ਲਿਆ। And through his punishment, peace was upon him. ਅਤੇ ਉਹਦੇ ਸਜ਼ਾ ਦੇ ਕਾਰਨ ਸਾਨੂੰ ਖੁਸ਼ੀ ਮਿਲੀ। And peace was brought to us. ਤੇ ਸ਼ਾਂਤੀ ਸਾਡੇ ਕੋਲ ਲਿਆਈ ਗਈ। And by his stripes we are healed. ਅਤੇ ਉਹਦੇ ਕੋੜੇ ਖਾਨ ਦੇ ਦੁਆਰਾ ਅਸੀਂ ਚੰਗੇ ਕੀਤੇ ਗਏ। Hallelujah. Hallelujah. This morning I just want to remind everyone seated over here ਅੱਜ ਸਵੇਰ ਦੇ ਸਮੇਂ ਜਿੰਨੇ ਵੀ ਇੱਥੇ ਬੈਠੇ ਹੋ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ that by his stripes the church of God is healed. ਉਹਦੇ ਕੋੜੇ ਖਾਨ ਦੇ ਦੁਆਰਾ ਪਰਮੇਸ਼ਵਰ ਦੀ ਕਲੀਸਿਆ ਚੰਗੀ ਕੀਤੀ ਗਈ ਹੈ। Oh, by his stripes we are blessed. ਯਿਸੂ ਮਸੀਹ ਦੇ ਕੋੜੇ ਖਾਨ ਦੇ ਦੁਆਰਾ ਅਸੀਂ ਆਸ਼ੀਸ਼ਿਤ ਕੀਤੇ ਗਏ ਹਾਂ। By his stripes we have eternity with us. ਉਹਦੇ ਕੋੜੇ ਖਾਨ ਦੇ ਦੁਆਰਾ ਸਾਨੂੰ ਅਨੰਤ ਦਾ ਜੀਵਨ ਮਿਲਿਆ ਹੈ। Hallelujah. Hallelujah. Praise God for ਪਰਮੇਸ਼ਵਰ ਦੀ Calvary. ਮਹਿਮਾ ਹੋਵੇ ਉਸ Hallelujah. Hallelujah. He did everything for us. ਉਹਨੇ ਸਾਡੇ ਲਈ ਸਭ ਕੁਝ ਕਰ ਦਿੱਤਾ। And it is because of him that we are over here this ਸਿਰਫ morning. ਉਹਦੇ ਹੀ ਕਾਰਨ ਹੈ ਕਿ ਜਿਸ ਦੇ ਕਾਰਨ ਅਸੀਂ ਅੱਜ ਇੱਥੇ ਮੌਜੂਦ ਹਾਂ। What he did for us. ਉਹਨੇ ਜੋ ਵੀ ਕੀਤਾ ਉਹ ਸਾਡੇ ਲਈ ਕੀਤਾ। Oh, Jesus died for us. ਯਿਸੂ ਸਾਡੇ ਲਈ ਮਰਿਆ। Jesus died for Jobin. Jesus died for Life Bridge family. ਉਹ ਯਿਸੂ ਮਸੀਹ ਜੋਬਿਨ ਦੇ ਲਈ ਅਤੇ ਇਸ ਕਲੀਸਿਆ ਇਸ ਪਰਿਵਾਰ ਦੇ ਲਈ ਮਰਿਆ। What he suffered for us. ਉਹਨੇ ਜਿਹੜਾ ਦੁੱਖ ਝੱਲਿਆ ਉਹ ਸਾਡੇ ਲਈ ਝੱਲਿਆ। Oh, the pain and brutality it was for us. ਉਹਦਾ ਜਿਹੜਾ ਕਰੂਸ ਦਾ ਬਲੀਦਾਨ ਸੀਗਾ ਬੇਰਹਿਮੀ ਦੀ ਮੌਤ ਸੀ ਉਹ ਸਾਡੇ ਲਈ ਸੀ। The agony and that torture it was for us. ਉਹ ਜਿਹੜਾ ਉਸ ਸਮੇਂ ਦਾ ਸਤਾਵ ਸੀਗਾ ਉਸ ਨੂੰ ਸਤਾਇਆ ਜਾਣਾ ਉਹ ਸਾਡੇ ਲਈ ਸੀਗਾ। That is why I told it may be Good Friday for us, but it was not a Good Friday for ਇਸ ਲਈ Jesus. ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਸ਼ੁੱਕਰਵਾਰ ਹੈ ਇਹ ਸਾਡੇ ਲਈ ਚੰਗਾ ਸ਼ੁੱਕਰਵਾਰ ਹੈ ਪਰ ਯਿਸੂ ਮਸੀਹ ਲਈ ਨਹੀਂ ਸੀ। That brings us to the real message of Isaiah chapter ਤੇ 53. ਇਹ ਸਭ ਕੁਝ ਹੁਣ ਸਾਨੂੰ ਯਸ਼ਾਇਆ ਦੇ 53 ਅਧਿਆਇ ਦੇ ਇੱਕ ਸਹੀ ਪ੍ਰਚਾਰ ਦੇ ਵੱਲ ਲੈ ਕੇ ਜਾਂਦਾ ਹੈ। Now you may think that Jesus died, but what about if Jesus was murdered? ਹੁਣ ਅਸੀਂ ਸੋਚ ਸਕਦੇ ਕਿ ਯਿਸੂ ਮਸੀਹ ਮਾਰਿਆ ਗਿਆ ਪਰ ਜੇ ਯਿਸੂ ਮਸੀਹ ਕਤਲ ਕੀਤਾ ਗਿਆ ਤੇ ਤੁਸੀਂ ਕੀ ਸੋਚੋਗੇ? Not at all. Jesus was not murdered. ਯਿਸੂ ਮਸੀਹ ਮਾਰਿਆ ਕਤਲ ਨਹੀਂ ਕੀਤਾ ਗਿਆ। He did not die because he could not help himself. ਉਹ ਇਸ ਲਈ ਨਹੀਂ ਮਰਿਆ ਕਿ ਉਹ ਆਪਣੀ ਮਦਦ ਨਹੀਂ ਕਰ ਸਕਦਾ ਸੀ। He could not. He did not suffer because he could not escape. ਉਹ ਇਸ ਲਈ ਉਸਨੇ ਦੁੱਖ ਨੂੰ ਨਹੀਂ ਸਹਿਆ ਕਿ ਉਹ ਬਚ ਨਹੀਂ ਸਕਦਾ ਸੀ ਭੱਜ ਨਹੀਂ ਸਕਦਾ ਸੀ। Let me tell you, if Jesus had not given permission, these Roman soldiers could not even touch him.
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਇੱਥੇ ਯਿਸੂ ਦੀ ਮਰਜ਼ੀ ਨਾ ਹੁੰਦੀ ਤਾਂ ਜਿਹੜੇ ਰੋਮੀ ਸੈਨਿਕ ਸੀ ਉਹਨੂੰ ਫੜ ਨਹੀਂ ਸਕਦੇ It ਸਨ। was all because Jesus permitted them to touch ਇਹ him. ਸਿਰਫ ਯਿਸੂ ਦੀ ਮਰਜ਼ੀ ਸੀ, ਉਹਦੀ ਆਗਿਆ ਸੀ ਕਿ ਉਹਨੂੰ ਆ ਕੇ ਉਹ ਛੂਣ ਤੇ ਫੜਨ। So Jesus was not murdered. ਯਿਸੂ ਮਸੀਹ ਕਤਲ ਨਹੀਂ ਕੀਤਾ ਗਿਆ। Praise the Lord. Hallelujah. Hallelujah. Our Lord's suffering was not because of his fault, it was because of our fault. ਅਤੇ ਜਿਹੜਾ ਯਿਸੂ ਦਾ ਦੁੱਖ ਸੀਗਾ, ਉਹਦੀ ਮੁਸੀਬਤ ਸੀ, ਉਹ ਉਹਦੀ ਗਲਤੀ ਦੁਆਰਾ ਨਹੀਂ ਸੀ, ਉਹ ਸਾਡੀ ਗਲਤੀਆਂ ਕਾਰਨ ਸੀ। So I want you to read this chapter, Isaiah chapter 53, more personally. ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਯਸ਼ਾਇਆ ਦੇ 53 ਅਧਿਆਇ ਨੂੰ ਵਿਅਕਤੀਗਤ ਰੂਪ ਨਾਲ The ਪੜ੍ਹੋ। more personally you are going to read this chapter or verses 1 to 7, you will see Jesus over that scripture. ਤੇ ਜਦੋਂ ਤੁਸੀਂ ਵਿਅਕਤੀਗਤ ਰੂਪ ਨਾਲ 53 ਅਧਿਆਇ ਨੂੰ ਪੜੋਗੇ ਤਾਂ ਤੁਸੀਂ ਵੇਖੋਗੇ ਕਿ ਯਿਸੂ ਮਸੀਹ ਦੇ ਨਾਲ ਜੋ ਕੁਝ ਉੱਥੇ ਹੈ ਉਹ ਤੁਹਾਨੂੰ ਨਜ਼ਦੀਕ ਲੈ ਕੇ ਜਾਏਗਾ। You will see the image of Jesus fully covered in blood in Isaiah chapter ਉਹ 53. ਤੁਹਾਨੂੰ ਯਿਸੂ ਮਸੀਹ ਦੇ ਉਸ ਚਿੱਤਰ ਵੱਲ ਲੈ ਕੇ ਜਾਏਗਾ ਜਿੱਥੇ ਯਿਸੂ ਮਸੀਹ ਲਹੂ ਨਾਲ ਲਿਬੜਿਆ ਹੋਇਆ ਹੈ। You will see the image of cross in Isaiah chapter ਤੁਸੀਂ 53. ਯਸ਼ਾਇਆ 53 ਅਧਿਆਇ ਦੇ ਅੰਦਰ ਇੱਕ ਸਲੀਬ ਦੇ ਚਿੱਤਰ ਨੂੰ ਵੇਖੋਗੇ। Hallelujah. 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 It says that he has borne our griefs. ਇਹ ਇਸ ਤਰ੍ਹਾਂ ਦੱਸਦਾ ਹੈ ਕਿ ਉਸਨੇ ਸਾਡੇ ਰੋਗਾਂ ਨੂੰ ਚੁੱਕ ਲਿਆ। He has taken our pain. He has carried our pain. ਉਹਨੇ ਸਾਡੇ ਦੁੱਖ ਨੂੰ, ਸਾਡੀਆਂ ਤੰਗੀਆਂ ਨੂੰ ਚੁੱਕ ਲਿਆ। It's a Hebrew word that means to lift up and carry away a heavy load. ਇਹ ਇੱਕ ਇਬਰਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ ਚੁੱਕ ਕੇ ਲੈ ਕੇ ਜਾਣਾ ਜਾਂ ਉਠਾਇਆ ਜਾਣਾ। Now this we can find in Leviticus chapter 16. ਜਿਹੜਾ ਕਿ ਅਸੀਂ ਲੇਵੀਆਂ ਦੀ ਪੋਥੀ ਉਹਦੇ 16 ਅਧਿਆਇ ਦੇ ਵਿੱਚ ਵੇਖ ਸਕਦੇ ਹਾਂ। Where the high priest will use a scapegoat who will carry away the sins of the nation. ਜਿੱਥੇ ਇੱਕ ਮਹਾਯਾਜਕ ਬਲੀ ਦੇ ਬੱਕਰੇ ਨੂੰ ਚੜਾਉਂਦਾ ਹੈ ਤੇ ਜਿਹੜਾ ਕਿ ਕੌਮ ਦੇ ਪਾਪਾਂ ਨੂੰ ਲੈ ਕੇ ਜਾਂਦਾ ਹੈ। That's the idea over here. ਤੇ ਉਹੀ ਚੀਜ਼ ਅਸੀਂ ਯਿਸੂ ਮਸੀਹ ਦੇ ਸਮੇਂ 'ਚ ਵੇਖਦੇ So ਹਾਂ। Jesus came and he lifted up the heavy burden of sin from us. ਤੇ ਯਿਸੂ ਮਸੀਹ ਆਏ ਤੇ ਉਸਨੇ ਸਾਡੇ ਉਹਨਾਂ ਪਾਪਾਂ ਦੇ ਬੋਝ ਨੂੰ ਚੁੱਕ ਲਿਆ। We were all down in sin. ਅਸੀਂ ਪਾਪ ਦੇ ਵਿੱਚ ਡੁੱਬੇ ਹੋਏ ਸਾਂ। We were all in that miry clay. ਅਸੀਂ ਉਸ ਕੀਚੜ ਦੇ ਵਿੱਚ ਦੱਬੇ ਹੋਏ ਸਾਂ। But it is all because of Jesus that we are without sin. ਇਹ ਸਿਰਫ ਯਿਸੂ ਦੇ ਕਾਰਨ ਹੈ ਕਿ ਅਸੀਂ ਅੱਜ ਪਾਪੀ Oh, ਨਹੀਂ ਹਾਂ। Jesus came on Good Friday so that we will say that Jesus, you are the best. ਯਿਸੂ ਮਸੀਹ ਇਸ ਕਰਕੇ ਚੰਗੇ ਸ਼ੁੱਕਰਵਾਰ ਨੂੰ ਸਾਡੇ ਲਈ ਮਰੇ ਤਾਂ ਕਿ ਅਸੀਂ ਕਹਿ ਸਕੀਏ ਕਿ ਉਹ ਸਾਡੇ ਲਈ ਉਹਨੇ ਚੰਗਾ ਕੀਤਾ। Oh, where else can we find a savior like Jesus? ਅਸੀਂ ਇਦਾਂ ਦੇ ਮੁਕਤੀਦਾਤੇ ਨੂੰ ਕਿੱਥੇ ਵੇਖ ਸਕਦੇ ਹਾਂ? Let me say this statement once again. Where else we will find this savior? ਮੈਂ ਤੁਹਾਨੂੰ ਇਹ ਲਾਈਨ ਫੇਰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਦਾਂ ਦੇ ਯਿਸੂ ਮਸੀਹ ਵਰਗੇ ਮੁਕਤੀਦਾਤੇ ਨੂੰ ਕਿੱਥੇ ਭਾਲ ਸਕਦੇ ਹਾਂ? Praise the Lord. Hallelujah. 14 hours of torture. 14 ਘੰਟੇ ਦੇ ਸਤਾਵ ਤੋਂ ਬਾਅਦ Jesus had to endure 14 hours of torture. ਯਿਸੂ ਮਸੀਹ ਨੇ 14 ਘੰਟਿਆਂ ਤੱਕ ਆਪਣੇ ਉੱਪਰ ਸਤਾਵ ਨੂੰ ਸਹਿਆ। He was under the custody of the Roman soldiers. ਉਹ ਰੋਮੀ ਸੈਨਿਕਾਂ ਦੇ ਅਧੀਨ ਸੀਗਾ, ਉੱਥੇ ਉਹਨਾਂ ਦੇ ਕਸਟਡੀ ਦੇ ਵਿੱਚ ਸੀ। And King Herod and King Pilate, they were very happy to see Jesus finally. ਅਤੇ ਜਿਹੜਾ ਰਾਜਾ ਹੈਰੋਦੇਸ ਅਤੇ ਪਿਲਾਤੁਸ ਸੀਗਾ ਉਹ ਬਹੁਤ ਖੁਸ਼ ਸੀ ਕਿ ਯਿਸੂ ਇੱਥੇ ਹੈ। And they were thinking, who is this king of the Jews? ਅਤੇ ਉਹ ਸੋਚਦੇ ਸੀ ਕਿ ਇਹ ਉਹ ਰਾਜਾ ਹੈ ਜਿਹੜਾ ਯਹੂਦੀਆਂ ਦਾ ਰਾਜਾ ਹੈ। So finally they could see Jesus. Finally they could see Jesus. ਤੇ ਉਹ ਅੰਤ ਦੇ ਵਿੱਚ ਉਹਨਾਂ ਨੇ ਯਿਸੂ ਨੂੰ ਉੱਥੇ ਵੇਖਿਆ। And now Jesus is under Roman custody. ਅਤੇ ਯਿਸੂ ਹੁਣ ਰੋਮੀ ਕਸਟਡੀ ਦੇ ਅਧੀਨ ਸੀ। And these Roman soldiers had to vent out their anger upon Jesus. ਅਤੇ ਹੁਣ ਜਿਹੜੇ ਰੋਮੀ ਸੈਨਿਕ ਸੀ ਉਹ ਆਪਣੇ ਗੁੱਸੇ ਨੂੰ, ਕ੍ਰੋਧ ਨੂੰ ਯਿਸੂ ਦੇ ਉਤਾਰ ਰਹੇ ਸੀ। So what they did is that it was a 14 hours of torture. ਉਹਨਾਂ ਨੇ ਇੱਥੇ ਕੀ ਕੀਤਾ ਕਿ 14 ਘੰਟਿਆਂ ਤੱਕ ਯਿਸੂ ਨੂੰ ਸਤਾਇਆ। Extreme torture. ਉਹਨਾਂ ਨੇ ਬਹੁਤ ਹੀ ਇੱਕ ਉੱਚੇ Extreme. ਪੱਧਰ ਤੇ ਉਸ ਨੂੰ ਸਤਾਇਆ। Extreme pain. ਬਹੁਤ ਜ਼ਿਆਦਾ ਦੁਖੀ ਸੀ। Extreme, I would say, beyond that Jesus could bear. ਉਹ ਯਿਸੂ ਮਸੀਹ ਦੇ ਸਹਿਣ ਤੋਂ ਬਾਹਰ ਵਾਲਾ ਦੁੱਖ ਸੀ। So this morning, I want to bring before you medically how Jesus endured that pain. ਅੱਜ ਦੀ ਸਵੇਰ ਦੇ ਸਮੇਂ ਮੈਂ ਅੱਜ ਤੁਹਾਨੂੰ ਡਾਕਟਰੀ ਤੌਰ ਤੇ ਦੱਸਣਾ ਚਾਹੁੰਦਾ ਕਿ ਯਿਸੂ ਮਸੀਹ ਨੇ ਜਿਹੜਾ ਦੁੱਖ ਸਾਡੇ ਲਈ ਸਹਿਆ ਉਹ ਕਿੱਦਾਂ ਦਾ ਸੀ। Now before that, let me tell you, crucifixion was one of the most
painful, cruel, and most humiliating form of punishment during that time. ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਯਿਸੂ ਨੂੰ ਕਰੂਸ ਤੇ ਚੜਾਇਆ ਗਿਆ ਉਸ ਸਮੇਂ ਦੀ ਉਹ ਬਹੁਤ ਬੇਰਹਿਮ ਅਤੇ ਬਹੁਤ ਹੀ ਦੁਖਦਾਈ ਇੱਕ ਸਜ਼ਾ ਸੀ ਜਿਹੜੀ ਉਸ ਸਮੇਂ ਮਨੁੱਖਾਂ ਦੁਆਰਾ ਤਿਆਰ ਕੀਤੀ ਗਈ ਸੀ। There was a historian named Josephus. ਇੱਕ ਯਹੂਦੀ ਇਤਿਹਾਸਕਾਰ ਹੈ ਜਿਹਦਾ ਨਾਮ ਜੋਸਫ ਹੈ। Josephus says the most wretched of death. ਅਤੇ ਜਿਹੜਾ ਜੋਸਫਸ ਹੈ ਉਹ ਇਸ ਪ੍ਰਕਾਰ ਕਹਿੰਦਾ ਹੈ ਕਿ ਇਹ ਬਹੁਤ ਹੀ ਦੁਖਦਾਈ ਸਜ਼ਾ ਸੀ। Cicerio, there is another historian, it says the most cruel and disgusting punishment. ਅਤੇ ਉਤੇ ਇੱਥੇ ਇੱਕ ਹੋਰ ਇਤਿਹਾਸਕਾਰ ਹੈ ਜਿਹਦਾ ਨਾਮ ਸਿਸੇਰੀਓ ਹੈ, ਉਹ ਵੀ ਇਸ ਗੱਲ ਨੂੰ ਕਹਿੰਦਾ ਹੈ ਬਹੁਤ ਹੀ ਘਿਨੌਣੀ ਤੇ ਬਹੁਤ ਹੀ ਦੁਖਦਾਈ ਸਜ਼ਾ ਸੀ। Let me explain why crucifixion was the most cruel form of punishment given to Jesus ਮੈਂ ਹੁਣ Christ. ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਉਹ ਜਿਹੜਾ ਸਲੀਬ ਤੇ ਚਾੜਿਆ ਜਾਣਾ ਸੀਗਾ ਕਿੰਨਾ ਘਿਨੌਣਾ ਤੇ ਕਿੰਨਾ ਦੁਖਦਾਈ ਸੀਗਾ। So Jesus is in the Gethsemane garden. ਹੁਣ ਯਿਸੂ ਮਸੀਹ ਗਤਸਮਨੀ ਬਾਗ ਦੇ ਵਿੱਚ ਸੀ It is midnight. ਅਤੇ ਹੁਣ ਰਾਤ ਦਾ ਅੱਧੀ ਰਾਤ ਦਾ So ਸਮਾਂ। Jesus is arrested in the middle of the night. ਯਿਸੂ ਰਾਤ ਦੇ ਸਮੇਂ ਫੜਾਇਆ ਗਿਆ। As soon as Jesus was arrested, the Roman soldiers started to slap Jesus. ਹੁਣ ਜਿਸ ਤਰ੍ਹਾਂ ਹੀ ਰੋਮੀ ਸੈਨਿਕਾਂ ਨੇ ਯਿਸੂ ਨੂੰ ਫੜਿਆ ਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। They started to push Jesus. ਉਹ ਯਿਸੂ ਨੂੰ ਧੱਕੇ ਦੇਣਾ ਸ਼ੁਰੂ ਕਰ ਦਿੱਤਾ। They may have started to punch Jesus, all these soldiers. ਹੋ ਸਕਦਾ ਸੀ ਜਿੰਨੇ ਵੀ ਸੈਨਿਕ ਨੇ ਉਹਨਾਂ ਨੇ ਯਿਸੂ ਨੂੰ ਮੁੱਕਿਆ ਮਾਰਨਾ ਸ਼ੁਰੂ ਕਰ And ਦਿੱਤਾ। again, when Jesus was brought into the inner courtyard of the king's palace, ਉਹ ਜਦੋਂ ਉਸ ਯਿਸੂ ਨੂੰ ਉਸ ਦੀ ਅਦਾਲਤ ਦੇ ਵਿੱਚ ਉਸ ਰਾਜੇ ਦੀ ਅਦਾਲਤ ਵਿੱਚ ਲਿਆਇਆ ਗਿਆ again he was slapped. ਤੇ ਫਿਰ ਉਸ ਨੂੰ ਮਾਰਿਆ ਗਿਆ। I presume not once, maybe multiple times. ਹੋ ਸਕਦਾ ਹੈ ਕਿ ਇਦਾਂ ਇੱਕ ਵਾਰ ਨਹੀਂ ਪਰ ਬਹੁਤ ਵਾਰੀ ਥੱਪੜ ਮਾਰੇ ਗਏ। Now you see this post over here, the cross that Jesus is carrying. ਤੁਸੀਂ ਹੁਣ ਇਸ ਚਿੱਤਰ ਦੇ ਵਿੱਚ ਵੇਖ ਸਕਦੇ ਹੋ ਕਿ ਯਿਸੂ ਇਸ ਸਲੀਬ ਨੂੰ ਲੈ ਕੇ ਜਾ ਰਿਹਾ ਹੈ। Now there are two wooden blocks that you see over there. You know there are two blocks. ਅਸੀਂ ਉੱਥੇ ਵੇਖ ਸਕਦੇ ਹਾਂ ਕਿ ਦੋ ਲੱਕੜੀਆਂ ਹਨ ਜਿਹੜੀਆਂ ਇੱਕ ਦੂਜੇ ਦੇ ਨਾਲ ਜੁੜੀਆਂ ਹਨ। The block from up to down, vertical, that is called stipes. STIPES. ਉੱਤੋਂ ਲੈ ਕੇ ਥੱਲੇ ਤੱਕ ਜਿਹੜੀ ਇੱਕ ਲੱਕੜੀ ਹੈ ਪੋਸਟ ਹੈ ਉਸ ਨੂੰ ਸਟਾਈਪਸ ਕਿਹਾ ਜਾਂਦਾ ਸੀ। And the horizontal bar, the horizontal cross is called patibulum. ਅਤੇ ਜਿਹੜੀ ਲੇਟਵੀਂ ਪੱਟੀ ਹੈ ਜਿਹੜੀ ਇਸ ਤਰ੍ਹਾਂ ਲੱਗੀ ਹੋਈ ਹੈ ਉਸ ਨੂੰ ਪੈਟੀਬੁਲਮ ਕਿਹਾ ਜਾਂਦਾ Now ਸੀ। you want to know the entire weight of this cross that Jesus carried? ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਜਿਹੜਾ ਯਿਸੂ ਨੇ ਸਲੀਬ ਨੂੰ ਚੁੱਕਿਆ ਉਹਦਾ ਭਾਰ ਕਿੰਨਾ ਸੀ? The weight of this cross was 136 kg. ਜਿਹੜਾ ਉਸ ਸਲੀਬ ਦਾ ਭਾਰ ਸੀਗਾ ਉਹ 136 ਕਿਲੋਗ੍ਰਾਮ ਸੀ। The cross that Jesus carried was 136 kilo, people of God. ਜਿਹੜਾ ਯਿਸੂ ਨੇ ਸਲੀਬ ਚੁੱਕਿਆ ਉਸ ਦਾ ਭਾਰ 136 ਕਿਲੋ ਸੀ। I want you to imagine after 14 hours of torture, Jesus is compelled to take a cross that is of 136 kilo. ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਸੋਚੋ ਤੇ ਕਲਪਨਾ ਕਰੋ ਕਿ 14 ਘੰਟਿਆਂ ਦੇ ਸਤਾਵ ਤੋਂ ਬਾਅਦ ਤੇ ਉਸਦੇ ਨਾਲ ਯਿਸੂ 136 ਕਿਲੋ ਦੀ ਸਲੀਬ ਨੂੰ ਚੁੱਕ ਕੇ ਲੈ ਕੇ ਜਾ ਰਿਹਾ ਹੈ। I am sure that Jesus may not have much energy left to carry that ਮੈਂ ਇਸ ਗੱਲ cross. ਤੇ ਪੱਕਾ ਹਾਂ ਕਿ ਸ਼ਾਇਦ ਹੋ ਸਕਦਾ ਯਿਸੂ ਮਸੀਹ ਕੋਲ ਹੁਣ ਤਾਕਤ ਨਹੀਂ ਸੀ ਕਿ ਉਸ ਸਲੀਬ ਨੂੰ ਚੁੱਕ ਕੇ ਲੈ ਕੇ ਜਾਵੇ। Maybe there is no more energy on his legs and knees to even rise up and walk. ਹੋ ਸਕਦਾ ਸੀ ਉਸਦੇ ਪੈਰਾਂ ਤੇ ਘੁਟਨਿਆਂ ਦੇ ਵਿੱਚ ਹੁਣ ਜਾਨ ਨਾ ਹੋਵੇ ਕਿ ਉਹ ਤੁਰ ਸਕੇ। But he was forced to carry a cross that is of 136 kg. ਪਰ ਉਸ ਨੂੰ ਉਸ 136 ਕਿਲੋ ਸਲੀਬ ਨੂੰ ਚੁੱਕਣ ਦੇ ਲਈ ਮਜਬੂਰ ਕੀਤਾ ਗਿਆ। Church, you know why? ਤੁਸੀਂ ਜਾਣਦੇ ਹੋ ਕਲੀਸਿਆ ਕਿਉਂ? Why did he carry that cross that was 136 kilograms? ਤੁਸੀਂ ਜਾਣਦੇ ਹੋ ਕਿ ਉਸਨੇ 136 ਕਿਲੋ ਦੀ ਸਲੀਬ ਕਿਉਂ ਚੁੱਕ ਕੇ ਲੈਣਾ ਚਾਹੀਦਾ? It was for Life Bridge family. ਉਹ ਸਿਰਫ ਉਹ ਸਾਡੀ ਲਾਈਫ ਬ੍ਰਿਜ ਕਲੀਸਿਆ ਦੇ ਲਈ ਸੀਗਾ। It was for the people of God. ਉਹ ਪਰਮੇਸ਼ਵਰ ਦੇ ਲੋਕਾਂ ਦੇ ਲਈ ਸੀ। It was so that this morning we will come and listen what he has endured for us. ਇਸ ਲਈ ਸੀ ਤਾਂ ਕਿ ਅਸੀਂ ਇੱਥੇ ਆਈਏ ਤੇ ਜੋ ਉਹਨੇ ਸਿਆ ਉਸ ਨੂੰ ਅਸੀਂ ਸੁਣ ਸਕੀਏ। Hallelujah. ਹਾਲੇਲੂਇਆ। Hallelujah. Hallelujah. During crucifixion, you may have seen the pictures of big nails being driven through. ਹੋ ਸਕਦਾ ਕਿ ਅਸੀਂ ਕਈ ਸਾਰੀ ਤਸਵੀਰਾਂ ਦੇ ਵਿੱਚ ਅਸੀਂ ਯਿਸੂ ਦੀ ਉਸ ਤਸਵੀਰ ਨੂੰ ਵੇਖਿਆ ਹੋਵੇਗਾ ਜਿੱਥੇ ਹਥੇਲੀ ਦੇ ਵਿੱਚ ਕਿੱਲਾਂ ਨੂੰ ਠੋਕਿਆ ਗਿਆ ਸੀ। I have brought this 7-inch nail. ਮੈਂ 7 ਇੰਚ ਦੀ ਇੱਕ ਮੇਖ ਨੂੰ ਕਿੱਲ ਨੂੰ ਲੈ ਕੇ ਆਂਦਾ। This was 7-inch nail that was driven through the carpal bones. ਇਹ ਜਿਹੜੀ 7 ਇੰਚ ਦੀ ਮੇਖ ਹੈ ਕਿੱਲ ਹੈ ਇਹ 2 ਹੱਡੀਆਂ ਹਨ ਇਹਦੇ ਵਿੱਚ ਲਾਇਆ ਗਿਆ ਸੀਗਾ। Keep one thing in mind, they would make sure that the nails were 7-inch. ਇਹ ਗੱਲ ਦਿਮਾਗ 'ਚ ਰੱਖੋ ਕਿ ਉਹ ਇਸ ਗੱਲ ਨੂੰ ਹਮੇਸ਼ਾ ਮਾਈਂਡ ਵਿੱਚ ਰੱਖਦੇ ਸੀ ਕਿ ਜਿਹੜੀ
ਮੇਖ ਹੈ ਉਹ 7 ਇੰਚ ਦੀ ਹੋਣੀ ਚਾਹੀਦੀ ਹੈ। And if you see, this is pointed, right? This is point. These nails are pointed. ਜੇ ਤੁਸੀਂ ਇੱਥੇ ਵੇਖਦੇ ਹੋ ਤਾਂ ਇਹ ਇੱਕ ਤਿੱਖੀ ਤੇ ਨੁਕੀਲੀ ਹੈ। But let me tell you, Roman soldiers will deliberately make this as square. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਰੋਮੀ ਸੈਨਿਕ ਸੀ ਉਹ ਕਿਲ ਨੂੰ ਅੱਗੋਂ ਚੌੜਾ ਰੱਖਦੇ ਸੀ। This was not a pointed one that the Roman soldiers nailed ਉਹ on Jesus. ਜਿਹੜੇ ਰੋਮੀ ਸੈਨਿਕ ਸੀ ਉਹ ਇਸ ਤਰ੍ਹਾਂ ਤਿੱਖੀ ਨਹੀਂ ਰੱਖਦੇ ਸੀਗੇ। This is just for representational purpose, ਇਹ ਸਿਰਫ ਤੁਹਾਨੂੰ ਵਿਖਾਉਣ ਦੇ ਲਈ ਆ so that you will understand the agony and pain Jesus ਤਾਂ ਕਿ had to ਤੁਸੀਂ ਯਿਸੂ endure. ਮਸੀਹ ਦੇ ਉਸ ਦੁੱਖ ਨੂੰ It ਜਾਣ was ਸਕੋ। square. It was not pointed. ਉਹ ਚੌੜੀ ਸੀ ਉਹ ਤਿੱਖੀ ਨਹੀਂ ਸੀ। So when they're about to nail Jesus, since it is not pointed, it would be very hard for this to go from this side to this side. ਹੁਣ ਜਦੋਂ ਉਸ ਯਿਸੂ ਦੇ ਕਿਲ ਲਾ ਰਹੇ ਸਨ ਤੇ ਇਹ ਤਿੱਖੀ ਨਹੀਂ ਸੀ ਪਰ ਚੌੜੀ ਸੀ ਜਿਹਦੇ ਕਰਕੇ ਉਸ ਦਾ ਹੱਥ ਪੂਰਾ ਫਟਦਾ ਜਾ ਰਿਹਾ ਸੀ। And most of the paintings about cross, we see that Jesus was nailed this side, right? Over here. ਤੇ ਅਸੀਂ ਬਹੁਤ ਸਾਰੀ ਤਸਵੀਰਾਂ ਦੇ ਵਿੱਚ ਵੇਖਿਆ ਕਿ But- ਯਿਸੂ ਦੇ ਹਥੇਲੀ ਦੇ ਵਿੱਚ ਕਿਲ ਲੱਗੀ ਹੈ But that is not true, ਪਰ ਉਹ ਸੱਚ ਨਹੀਂ ਹੈ because they can't nail from this side. ਕਿਉਂਕਿ ਉਹ ਇੱਥੇ ਨਹੀਂ ਲਾ ਸਕਦੇ ਕਿਲ ਨੂੰ। Because this area is free and the entire body weight will make the hand to tear apart. ਉਹ ਇਸ ਕਰਕੇ ਇੱਥੇ ਕਿਲ ਨਹੀਂ ਲਾ ਸਕਦੇ ਸੀ ਕਿਉਂਕਿ ਜੇ ਇੱਥੇ ਕਿਲ ਲਾਉਂਦੇ ਤਾਂ ਉਹ ਆਪਣੇ ਪੂਰੇ ਸਰੀਰ ਦੇ ਭਾਰ ਨੂੰ ਨਹੀਂ ਚੱਲ So ਸਕਦੇ ਸੀ। Jesus was nailed on the carpal bones. This is called carpal bones. ਇਸ ਕਰਕੇ ਯਿਸੂ ਮਸੀਹ ਦੇ ਇੱਥੇ ਕਾਰਪਲ ਬੋਨਸ ਜਿਹੜੀਆਂ ਦੋ ਹੱਡੀਆਂ ਨੇ ਇਸ ਦੇ ਵਿਚਕਾਰ ਕਿਲ ਲਾਇਆ ਗਿਆ। So a 7-inch nail was nailed for Jobin and for all of us. ਇਹ ਜਿਹੜੀ 7 ਇੰਚ ਦੀ ਜਿਹੜੀ ਕਿਲ ਹੈ ਮੇਖ ਹੈ ਉਹ ਮੇਰੇ ਲਈ ਪਾਸੇ ਜੋ ਮਿਲੀ ਅਤੇ ਸਾਡੇ ਸਾਰਿਆਂ ਲਈ ਲਾਈ ਗਈ। But at times we have taken God for granted. ਪਰ ਅਸੀਂ ਕਈ ਵਾਰ ਯਿਸੂ ਨੂੰ ਪਰਮੇਸ਼ਰ ਨੂੰ ਇਦਾਂ ਹੀ ਲੈ ਲੈਨੇ ਹਾਂ। At times we have taken the sacrifice of Jesus for ਅਸੀਂ granted. ਕਈ ਵਾਰ ਪਰਮੇਸ਼ਰ ਦੇ ਯਿਸੂ ਦੇ ਬਲੀਦਾਨ ਨੂੰ ਇਦਾਂ ਹੀ ਸਮਝ ਲੈਨੇ ਹਾਂ। Hallelujah. ਹਾਲੇਲੂਇਆ, Praise the Lord. ਪਰਮੇਸ਼ਰ ਦੀ ਮਹਿਮਾ ਹੋਵੇ। And let me tell you, if Jesus was nailed from this area, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਯਿਸੂ ਦੇ ਇੱਥੇ ਮੇਖ ਲਾਈ ਜਾਂਦੀ the ਤਾਂ word of God will prove wrong. ਜਿਹੜਾ ਪਰਮੇਸ਼ਰ ਦਾ ਵਚਨ ਹੈ ਉਹ ਗਲਤ ਠਹਿਰਾਇਆ Keep this ਜਾਂਦਾ। in mind. If Jesus was nailed through this place, the word of God will prove wrong. ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਯਿਸੂ ਦੇ ਇੱਥੇ ਮੇਖ ਲਾਈ ਜਾਂਦੀ ਤਾਂ ਪਰਮੇਸ਼ਰ ਦਾ ਵਚਨ ਗਲਤ Now, ਠਹਿਰ if you ਜਾਂਦਾ। have your Bibles, turn with me to Psalm 22, verse 17. ਜੇ ਤੁਹਾਡੇ ਕੋਲ ਬਾਈਬਲ ਹੈ ਤਾਂ ਮੈਂ ਚਾਹੁੰਦਾ ਕਿ ਤੁਸੀਂ ਜ਼ਬੂਰਾ ਦੀ ਪੋਥੀ Psalms 22, verse 17, it says, I can count all my bones. ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਜ਼ਬੂਰਾ ਦੀ ਪੋਥੀ ਉਸ ਦਾ 22 ਅਧਿਆਇ ਤੇ ਉਸ ਦੇ 17 ਵਚਨ ਨੂੰ ਕੱਢੋ ਜਿੱਥੇ ਇਸ ਤਰ੍ਹਾਂ ਲਿਖਿਆ ਹੈ, ਮੈਂ ਆਪਣੀਆਂ ਸਾਰੀਆਂ ਹੱਡੀਆਂ ਨੂੰ ਗਿਣ ਸਕਦਾ ਹਾਂ And they look and stare upon me. ਅਤੇ ਉਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ। So if Jesus was nailed through here, there are bones, smaller bones, it would be broken. ਜੇ ਉੱਥੇ ਜੋ ਯਿਸੂ ਦੇ ਇੱਥੇ ਕਿਲ ਲਾਉਂਦੇ ਤਾਂ ਹੋ ਸਕਦਾ ਸੀ ਕਿ ਇਹ ਫਟ ਜਾਣਾ ਸੀ ਤੇ ਹੱਡੀਆਂ ਟੁੱਟ ਜਾਣੀਆਂ ਸੀ। Then the word will be wrong. It will prove wrong. ਉਦੋਂ ਪਰਮੇਸ਼ਰ ਦਾ ਵਚਨ ਗਲਤ ਠਹਿਰਾਇਆ ਜਾ ਸਕਦਾ ਸੀ। So they nailed Jesus through carpal bones. ਇਸ ਕਰਕੇ ਉਹਨਾਂ ਨੇ ਯਿਸੂ ਦੇ ਇੱਥੇ ਕਾਰਪਲ ਜਿਹੜੀਆਂ ਹੱਡੀਆਂ ਸਨ ਇੱਥੇ ਕਿਲ ਨੂੰ ਠੋਕਿਆ। There is a shallow place through which nails can go from this side to this side. ਉੱਥੇ ਇੱਕ ਇਦਾਂ ਦਾ ਸਥਾਨ ਸੀ ਜਿੱਥੋਂ ਇੱਥੋਂ ਜਦੋਂ ਕਿਲ ਲਾਇਆ ਜਾਂਦਾ ਤਾਂ ਕਿ ਉਹ ਇੱਥੋਂ ਨਿਕਲ ਜਾਵੇ। Praise God. ਪਰਮੇਸ਼ਰ ਦੀ Hallelujah. ਮਹਿਮਾ ਹੋਵੇ। Amen. Can we thank God for this nail? ਕਿ ਅਸੀਂ ਇਸ ਕਿਲ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰ ਸਕਦੇ ਹਾਂ। Praise God. ਪਰਮੇਸ਼ਰ ਦੀ Can we ਮਹਿਮਾ ਹੋਵੇ। thank God for the suffering that God had to endure for us? ਕਿ ਅਸੀਂ ਉਸ ਦੁੱਖ ਦੇ ਲਈ ਜੋ ਯਿਸੂ ਨੇ ਸਾਡੇ ਲਈ ਸਹਿਆ ਅਸੀਂ ਉਸ ਦਾ ਧੰਨਵਾਦ ਕਰ ਸਕਦੇ ਹਾਂ। Now when Jesus was nailed on the cross, ਹੁਣ ਜਦੋਂ ਯਿਸੂ ਦੇ ਕਿਲ ਲਾਏ ਗਏ you know that he was nailed on his legs too. ਤੁਸੀਂ ਜਾਣਦੇ ਹੋਵੋਗੇ ਕਿ ਉਸ ਦੇ ਪੈਰਾਂ ਤੇ ਵੀ ਕਿਲ ਨੂੰ ਲਾਇਆ ਗਿਆ ਸੀ। Again a 7-inch nail. ਉਹ ਫਿਰ ਉਹੀ 7 ਇੰਚ ਦਾ ਜਿਹੜਾ ਕਿਲ ਸੀ ਉਹ ਪੈਰਾਂ 'ਚ ਲਾਇਆ ਗਿਆ। So once the person is been nailed, after some time the Roman soldiers will come and they will try to break the legs of the person who is on the cross. ਜਦੋਂ ਕਰੂਸ ਦੇ ਉੱਤੇ ਸਲੀਬ ਦੇ ਉੱਤੇ ਜਿਸ ਨੂੰ ਚਾੜਿਆ ਜਾਂਦਾ ਸੀ ਜਦੋਂ ਉਹਨਾਂ ਦੇ ਕਿਲ ਲਾਏ ਜਾਂਦੇ ਸੀ ਕੁਝ ਸਮੇਂ ਦੇ ਬਾਅਦ ਰੋਮੀ ਸੈਨਿਕ ਆਉਂਦੇ ਸਨ ਤੇ ਉਹ ਲੋਹੇ ਦੇ ਡੰਡੇ ਨਾਲ ਗੋਡਿਆਂ ਤੇ ਮਾਰਦੇ ਸਨ। They will break the legs so that person will die quickly. ਉਸ ਨੂੰ ਜਲਦੀ ਮਾਰਨ ਦੇ ਲਈ ਉਹਨਾਂ ਦੇ ਗੋਡਿਆਂ ਤੇ ਸੱਟ ਮਾਰਦੇ ਸੀ ਤਾਂ ਕਿ ਉਹ ਜਲਦੀ ਮਰ ਜਾਵੇ। Because the person can't move anywhere. ਕਿਉਂਕਿ ਉਹ ਜਿਹੜਾ ਵਿਅਕਤੀ ਜਿਹੜਾ ਕਰੂਸ ਤੇ ਸਲੀਬ ਤੇ ਚੜਿਆ ਹੈ ਉਹ ਹਿਲ ਨਹੀਂ ਸਕਦਾ। He can't move both of his hands. ਉਹ ਆਪਣੇ ਹੱਥਾਂ ਨੂੰ ਹਿਲਾ ਨਹੀਂ ਸਕਦਾ। He can't even breathe properly. ਉਹ
ਇੱਥੋਂ ਤੱਕ ਕਿ ਉਹ ਸਾਹ ਵੀ ਨਹੀਂ ਲੈ ਸਕਦਾ। So what they will do is that they had a very big iron rod with them. They will come and start to hit the legs of the person who is being crucified. ਇਸ ਕਰਕੇ ਉਹ ਕੀ ਕਰਦੇ ਸਨ, ਉਹ ਆਉਂਦੇ ਸਨ ਅਤੇ ਉਹ ਗੋਡਿਆਂ ਤੇ ਪੈਰਾਂ ਤੇ ਉਸ ਲੋਹੇ ਦੇ ਡੰਡੇ ਨੂੰ ਮਾਰਦੇ ਸਨ ਤਾਂ ਕਿ ਉਹ ਮਰ ਜਾਵੇ। Now listen to me. In the Gospels, we read that the Roman soldiers went to the two thieves that were inside to Jesus. They came and they hit the legs of these two thieves. ਤੇ ਜਦੋਂ ਅਸੀਂ ਅੰਜੀਲਾਂ ਨੂੰ ਪੜ੍ਹਦੇ ਹਾਂ, ਜਦੋਂ ਯਿਸੂ ਮਸੀਹ ਦੇ ਆਲੇ ਦੁਆਲੇ ਦੋ ਡਾਕੂ ਸਨ, ਜਦੋਂ ਉਹਨਾਂ ਨੂੰ ਮਾਰਿਆ ਗਿਆ, ਲਿਖਿਆ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। But when they came to Jesus, they saw that Jesus had already died. ਜਦੋਂ ਉਹ ਯਿਸੂ ਕੋਲ ਆਏ ਤਾਂ ਉਹਨਾਂ ਨੇ ਵੇਖਿਆ ਕਿ ਯਿਸੂ ਮਸੀਹ ਮਰ ਚੁੱਕਾ ਹੈ। Now again, if Jesus' legs were shattered, again the word of God will prove wrong. ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੇ ਯਿਸੂ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਤਾਂ ਪਰਮੇਸ਼ਰ ਦਾ ਵਚਨ ਗਲਤ ਠਹਿਰਾਇਆ And that is ਜਾਂਦਾ। what we see in Psalms 34 verse 20. ਤੇ ਇਹੀ ਚੀਜ਼ ਅਸੀਂ ਜ਼ਬੂਰਾਂ ਦੀ ਪੋਥੀ ਉਹਦੇ 34 ਅਧਿਆਏ ਅਤੇ ਉਸਦੇ 20 ਵਚਨ ਵਿੱਚ ਵੇਖਦੇ ਹਾਂ। Turn with me to Psalm 34 verse 20. ਸਾਰੇ ਜ਼ਬੂਰਾਂ ਦੀ ਪੋਥੀ ਉਹਦਾ 34 ਅਧਿਆਏ ਤੇ ਉਹਦੇ 20 ਵਚਨ ਨੂੰ It ਕੱਢਾਂਗੇ। says, He keepeth all his bones, not one of them is broken. ਅਤੇ ਇੱਥੇ ਇਸ ਪ੍ਰਕਾਰ ਲਿਖਿਆ ਹੈ, ਉਹ ਉਸ ਦੀਆਂ ਸਾਰੀਆਂ ਹੱਡੀਆਂ ਦੀ ਰਾਖਾ ਹੈ ਅਤੇ ਉਹਨਾਂ ਵਿੱਚੋਂ ਇੱਕ ਵੀ ਤੋੜੀ ਨਹੀਂ So ਜਾਂਦੀ। if the Roman soldiers came and shattered the legs of Jesus, the word will prove wrong. ਜੇ ਰੋਮੀ ਸੈਨਿਕ ਉੱਥੇ ਆਉਂਦੇ ਤੇ ਯਿਸੂ ਦੇ ਜੇ ਉਹ ਗੋਡਿਆਂ ਨੂੰ ਤੋੜਦੇ, ਪੈਰਾਂ ਨੂੰ ਤੋੜਦੇ ਤਾਂ ਇੱਥੇ ਪਰਮੇਸ਼ਰ ਦਾ ਵਚਨ ਗਲਤ ਠਹਿਰ ਜਾਣਾ So ਸੀ। prior to that, Jesus gave his spirit to God. ਇਸ ਤੋਂ ਪਹਿਲਾਂ ਹੀ Hallelujah. ਯਿਸੂ ਨੇ ਆਪਣੇ ਆਤਮਾ ਨੂੰ ਪਰਮੇਸ਼ਰ ਨੂੰ ਦੇ ਦਿੱਤਾ। Hallelujah. So it's if I say, and the word is always proved to be correct. ਇਸ ਕਰਕੇ ਅਸੀਂ ਕਹਿੰਦੇ ਕਿ ਜਿਹੜਾ ਪਰਮੇਸ਼ਰ ਦਾ ਵਚਨ ਉਹ ਹਮੇਸ਼ਾ ਸੱਚ ਹੁੰਦਾ ਹੈ। Whatever is written is true. ਜੋ ਕੁਝ ਵੀ ਇਸ ਵਚਨ ਦੇ ਵਿੱਚ ਲਿਖਿਆ ਉਹ ਸੱਚ ਹੈ। Hallelujah. 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 Now, by the time Jesus was crucified, he would have been flogged by the Roman guards with an instrument. ਜਦੋਂ ਯਿਸੂ ਮਸੀਹ ਨੂੰ ਸਲੀਬ ਤੇ ਚਾੜਿਆ ਗਿਆ ਤੇ ਉਹ ਇੱਕ ਇਦਾਂ ਦਾ ਯੰਤਰ ਸੀ, ਇਦਾਂ ਦੀ ਇੱਕ ਚੀਜ਼ ਸੀ ਜਿਸ ਦੇ ਦੁਆਰਾ ਯਿਸੂ ਨੂੰ ਮਾਰਿਆ ਗਿਆ ਸੀਗਾ। So remember that 14 hours of torture. ਇਸ ਗੱਲ ਨੂੰ ਯਾਦ ਰੱਖਿਓ ਕਿ 14 ਘੰਟਿਆਂ ਦਾ ਸਤਾਵ ਉਹਦੇ ਉੱਤੇ ਕੀਤਾ ਗਿਆ। During that 14 hours of torture, Jesus was slapped. His beard was ripped apart. ਉਸ 14 ਘੰਟਿਆਂ ਦੇ ਸਤਾਵ ਦੇ ਵਿੱਚ ਯਿਸੂ ਦੀ ਦਾੜੀ ਪੁੱਟੀ ਗਈ, ਉਸ ਤੇ ਥੁੱਕਿਆ ਗਿਆ, ਉਸ ਤੇ ਮਾਰਿਆ ਗਿਆ। All those who grow beard, you can understand if someone is going to rip apart your beard, how painful it is. ਜਿਨ੍ਹਾਂ ਨੇ ਦਾੜੀ ਰੱਖੀ ਹੈ, ਜਿਨ੍ਹਾਂ ਨੇ ਦਾੜੀ ਵਧਾਈ ਹੈ, ਤੇ ਤੁਸੀਂ ਇਸ ਦਰਦ ਨੂੰ ਜਾਣ ਸਕਦੇ ਹੋ ਜਿਹੜਾ ਤੁਹਾਡੀ ਦਾੜੀ ਨੂੰ ਪੁੱਟਦਾ ਹੈ। They're not trying to remove, they ripped that beard apart from his skin. ਉਹ ਇਦਾਂ ਨਹੀਂ ਚਾਹੁੰਦੇ ਸੀ ਕਿ ਉਸ ਨੂੰ ਉਠਾਣ, ਬਲਕਿ ਉਸ ਨੂੰ ਚੰਗੀ ਤਰ੍ਹਾਂ ਪੁੱਟਦੇ ਸਨ। Yet he was quiet. ਫਿਰ ਵੀ ਉਹ ਚੁੱਪ ਸੀ। Yet he was keeping his mouth shut. ਫਿਰ ਵੀ ਯਿਸੂ ਨੇ ਆਪਣੇ ਮੂੰਹ ਨੂੰ ਚੁੱਪ ਰੱਖਿਆ। When the Roman soldiers were slapping him left and right, ਜਦੋਂ ਰੋਮੀ ਸੈਨਿਕ ਉਸ ਨੂੰ ਸੱਜੇ ਤੇ ਖੱਬੇ ਮਾਰ ਰਹੇ ਸਨ, they were punching him, and they were trying their best to vent out their anger on ਉਹ Jesus. ਆਪਣੇ ਗੁੱਸੇ ਨੂੰ ਚੰਗੀ ਤਰ੍ਹਾਂ ਮਾਰਨ ਦੇ ਰੂਪ ਨਾਲ ਕੱਢ ਰਹੇ ਸੀ ਯਿਸੂ ਤੇ। Oh, my Creator was keeping quiet. ਅਤੇ ਮੇਰਾ ਜਿਹੜਾ ਬਣਾਉਣ ਵਾਲਾ, ਇਸ ਧਰਤੀ ਨੂੰ ਬਣਾਉਣ ਵਾਲਾ ਚੁੱਪ ਸੀ। My Jesus was keeping quiet. ਮੇਰਾ ਯਿਸੂ ਉਸ ਸਮੇਂ ਚੁੱਪ ਸੀ। And that is what John the Baptist says, look, the Lamb of God who takes away the sin of the world. ਇਸੇ ਕਰਕੇ ਯਹੂਨਾ ਬਪਤਿਸਮਾ ਦੇਣ ਵਾਲਾ ਇਸ ਗੱਲ ਨੂੰ ਕਹਿੰਦਾ ਹੈ ਕਿ ਵੇਖੋ ਪਰਮੇਸ਼ਵਰ ਦਾ ਮੇਮਣਾ ਆ ਰਿਹਾ ਹੈ ਜਿਹੜਾ ਇਸ ਜਗਤ ਦੇ ਪਾਪਾਂ ਨੂੰ ਚੁੱਕ ਕੇ ਲੈ ਕੇ ਜਾਂਦਾ ਹੈ। So during that 14 hours torture, the Roman soldiers had an instrument called flagellum. ਉਹ 14 ਘੰਟਿਆਂ ਦੇ ਸਤਾਵ ਦੇ ਵਿੱਚ ਜਿਹੜੇ ਰੋਮੀ ਸੈਨਿਕ ਸੀ ਇੱਕ ਚੀਜ਼ ਦਾ ਇਸਤੇਮਾਲ ਉਸ ਨੂੰ ਮਾਰਨ ਦੇ ਲਈ ਕਰਦੇ ਸਨ ਜਿਹਨੂੰ ਕੋੜੇ ਕਿਹਾ ਜਾਂਦਾ ਹੈ। It was a leather thong, I would say, an instrument where they had metal pieces, blades, nails, and sharp bones and iron pieces attached to that flagellum. ਉਹ ਇੱਕ ਚਮੜੇ ਦਾ ਪਟਾ ਸੀ ਜਿਹੜਾ ਕਿ ਹੱਡੀਆਂ, ਧਾਤ, ਪੱਥਰ ਅਤੇ ਲੋਹੇ ਦੇ ਨਾਲ ਜੜਿਆ ਹੋਇਆ ਸੀ। And this instrument was 24 inch long. ਅਤੇ ਇਹ ਜਿਹੜਾ ਚਮੜੇ ਦਾ ਪਟਾ ਸੀਗਾ ਇਹ
24 ਇੰਚ ਜਿੰਨਾ ਵੱਡਾ ਸੀਗਾ। And Jesus was flogged 39 times. ਅਤੇ ਇੱਥੇ ਲਿਖਿਆ ਹੈ ਕਿ ਯੀਸ਼ੂ ਮਸੀਹ ਨੇ 39 ਕੋੜੇ ਸਾਡੇ ਲਈ I have made this, I had to do this. You know, this is just for representational ਇਹ purpose. ਸਿਰਫ ਤੁਹਾਨੂੰ ਵਿਖਾਉਣ ਦੇ ਲਈ ਮੈਂ ਇਸ ਨੂੰ ਬਣਾਇਆ This ਸੀ। is a leather belt and I tried to fix in small nails so that you will understand what Jesus had to endure. ਇੱਥੇ ਅਸੀਂ ਵੇਖ ਸਕਦੇ ਹਾਂ ਕਿ ਚਮੜੀ ਦੀਆਂ ਪੱਟੀਆਂ ਹਨ ਇੱਥੇ ਮੇਖਾਂ I ਲਾਈਆਂ would ਗਈਆਂ love ਹਨ। to come between you so that you can understand what it is all about. ਮੈਂ ਇਸ ਨੂੰ ਤੁਹਾਡੇ ਵਿਚਕਾਰ ਲੈ ਕੇ ਆਉਣਾ ਤਾਂ ਕਿ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਉਹਨੇ ਕੀ So ਕੀਤਾ। 39 times Jesus was whipped with this. ਤੇ ਯਿਸੂ ਮਸੀਹ ਨੂੰ 39 ਕੋੜੇ ਇਸ ਦੇ ਦੁਆਰਾ ਮਾਰੇ ਗਏ। Just touch and just feel how sharp all these are all nails, but those times it was all metals. ਇਸ ਨੂੰ ਤੁਸੀਂ ਟੱਚ ਕਰਕੇ ਛੂ ਕੇ ਵੇਖੋ ਕਿ ਇਹ ਕਿੱਦਾਂ ਦਾ ਹੈ। ਇਹ ਤਾਂ ਸਿਰਫ ਕੀਲਾਂ ਲੱਗੀਆਂ ਹਨ ਪਰ ਉਸ ਸਮੇਂ ਪੱਥਰ ਹੱਡੀਆਂ So- ਬਲੇਡ ਅਤੇ ਕਿਲ ਸਨ। So Jesus was, tied on I would say a bar like this. ਤੇ ਉੱਥੇ ਯਿਸੂ ਮਸੀਹ ਰੱਸੀ ਦੇ ਨਾਲ ਬੰਨਿਆ ਗਿਆ ਸੀਗਾ। He was tied and maybe like this. ਉਸ ਨੂੰ ਇਸ ਤਰ੍ਹਾਂ ਬੰਨਿਆ ਗਿਆ ਸੀ ਕਿ ਤਾਂ ਕਿ ਉਹਦੇ ਕੋੜੇ ਮਾਰੇ ਜਾਣ। So these Roman soldiers, they all of them may be having one each. ਤੇ ਹੋ ਸਕਦਾ ਹੈ ਜਿਹੜੇ ਰੋਮੀ ਸੈਨਿਕ ਸੀ ਉਹਨਾਂ ਸਾਰਿਆਂ ਕੋਲ ਇੱਕ ਇੱਕ ਇਦਾਂ ਦਾ ਪਟਾ ਹੋਣਾ। And they may be taking out their entire strength to whip Jesus. ਤੇ ਹੋ ਸਕਦਾ ਕਿ ਉਹ ਆਪਣੇ ਪੂਰੇ ਜ਼ੋਰ ਦੇ ਨਾਲ ਯਿਸੂ ਦੇ ਮਾਰਦੇ ਹੋਏ ਹਨ। It's too heavy for me, ਇਹ ਮੇਰੇ ਲਈ ਬਹੁਤ ਹੀ ਭਾਰਾ ਹੈ। Just imagine the pain Jesus had to endure. ਤੁਸੀਂ ਸੋਚ ਸਕਦੇ ਹੋ ਕਿ ਕਿੱਦਾਂ ਯਿਸੂ ਨੇ ਸਾਡੇ ਲਈ ਇਹਨਾਂ ਦੁੱਖ ਸਿਆ। This is so painful. ਇਹ ਬਹੁਤ ਹੀ ਦਰਦਨਾਕ ਹੈ। 39 times, church. 39 ਵਾਰ ਕਲੀਸਿਆ ਉਹਨੇ ਸਾਡੇ ਲਈ ਕੋੜੇ ਖਾਧੇ। Heavy metals and blades and sharp stones were attached on that leather thong. ਦਾਤ ਪੱਥਰ ਅਤੇ ਉਹਦੇ ਉੱਤੇ ਬਲੇਡ ਲੱਗੇ ਹੋਏ ਸਨ। And every time that 39 times when he was whipped, he was thinking about me and you. ਅਤੇ ਹਰ ਵਾਰ ਜਦੋਂ 39 ਕੋੜੇ ਦੇ ਮਾਰੇ ਗਏ ਉਹ ਸਾਡੇ ਬਾਰੇ ਸੋਚ ਰਿਹਾ ਸੀ। Keep that in mind. ਆਪਣੇ ਦਿਮਾਗ ਦੇ ਵਿੱਚ ਇਸ ਗੱਲ ਨੂੰ ਰੱਖੋ। Every time blood was oozing out of this place, he was thinking about us. ਹਰ ਵਾਰ ਜਦੋਂ ਦਾ ਲਹੂ ਵਹਿ ਰਿਹਾ ਸੀ ਤੇ ਉਹ ਸਾਡੇ ਲਈ ਸੋਚ ਰਿਹਾ ਸੀ। Hallelujah. ਹਾਲੇਲੂਇਆ। Every time this is so, I can't imagine what Jesus had to go through. ਮੈਂ ਇਸ ਨੂੰ ਸੋਚ ਵੀ ਨਹੀਂ ਸਕਦਾ ਕਿ ਉਹ ਕਿੱਦਾਂ ਦੁੱਖ ਦੇ ਵਿੱਚੋਂ ਨਿਕਲਿਆ। But there are times we don't want to pray. ਪਰ ਕਈ ਵਾਰ ਇਦਾਂ ਦਾ ਸਮਾਂ ਹੁੰਦਾ ਕਿ ਅਸੀਂ ਦੁਆ ਨਹੀਂ ਕਰਨਾ There ਚਾਹੁੰਦੇ। are times we take God for granted. It's okay. What you have done is done. ਅਸੀਂ ਕਈ ਵਾਰ ਸੋਚਦੇ ਹਾਂ ਕਿ ਕੋਈ ਗੱਲ ਨਹੀਂ ਜੋ ਯਿਸੂ ਨੇ ਕੀਤਾ ਉਹ ਕਰ ਦਿੱਤਾ ਹੈ। Fine, you had to endure that pain. Fine, thank you. That's ਠੀਕ ਹੈ all. ਉਹਨੇ ਸਾਡੇ ਲਈ ਦੁੱਖ ਨੂੰ ਸਹਿ ਲਿਆ। ਠੀਕ ਹੈ ਧੰਨਵਾਦ ਯਿਸੂ ਤੇਰਾ। But just remember the flagellum. ਪਰ ਯਾਦ ਰੱਖਿਓ ਉਸ ਕੋੜੇ ਨੂੰ ਜੋ ਉਸਨੇ ਸਾਡੇ ਲਈ ਖਾਧਾ। And he could not move. ਇਹ ਇੱਥੋਂ ਤੱਕ ਕਿ ਉਹ ਹਿਲ ਵੀ ਨਹੀਂ ਸਕਦਾ He ਸੀ। was not free that he could run anywhere and then Roman soldiers are after him. ਉਹ ਜਮਾ ਛੱਡਿਆ ਨਹੀਂ ਗਿਆ ਕਿ ਉਹ ਭੱਜ ਸਕੇ ਕਿ ਉੱਤੇ ਸੈਨਿਕ ਉਹਦੇ ਪਿੱਛੇ ਭੱਜਣ। He was tied on a bar. ਉਹ ਉੱਥੇ ਰੱਸੀ ਦੇ ਨਾਲ ਬੰਨਿਆ ਗਿਆ ਸੀ। And every whip, the skin was shredded. ਤੇ ਹਰ ਕੋੜਾ ਜਦੋਂ ਉਹਦੇ ਵੱਜਦਾ ਸੀ ਤੇ ਉਹ ਸਰੀਰ ਦੀ ਜਿਹੜੀ ਚਮੜੀ ਆ ਉਸ ਨੂੰ ਲਾ ਲੈਂਦਾ ਸੀ। The tissues were out first time. ਉਹ ਜਿਹੜੇ ਸਰੀਰ ਦੇ ਤੰਤ ਸਨ ਉਹ ਉੱਤਰ ਜਾਂਦੇ ਸਨ। And the skin started to shred out. ਅਤੇ ਜਿਹੜੀ ਸਾਡੀ ਚਮੜੀ ਉਹ ਯਿਸੂ ਦੀ ਚਮੜੀ ਸੀ ਉਸ ਸਮੇਂ ਉੱਤਰਨ ਲੱਗ I'm ਪੈਂਦੀ ਸੀ। sorry, I have brought this. This is called shredding of skin. ਇਹ ਇੱਕ ਸਰੀਰ ਦੇ ਉਹ ਜਿੱਦਾਂ ਪੱਟੀਆਂ ਹੁੰਦੀਆਂ ਹਨ ਉਸ ਤਰ੍ਹਾਂ ਹੈ। So by the time Jesus was whipped 39 times, ਜਦੋਂ ਯਿਸੂ ਨੂੰ 39 ਕੋੜੇ ਮਾਰੇ ਗਏ his skin was in this condition at the entire back. ਹੋ ਸਕਦਾ ਕਿ ਉਸ ਦੀ ਜਿਹੜੀ ਚਮੜੀ ਸੀ ਉਹ ਇਸ ਤਰ੍ਹਾਂ ਹੋਵੇਗੀ ਪਿੱਛੋਂ ਲਟਕੀ ਹੋਈ ਹੋਵੇਗੀ। Hallelujah. ਹਾਲੇਲੂਇਆ। Church. ਕਲੀਸਿਆ। Every whip, every time he was flogged, ਹਰ ਕੋੜਾ ਉਹਨੇ ਜਦੋਂ ਸਾਡੇ ਲਈ ਖਾਦਾ ਉਹ ਇਸ ਤਰ੍ਹਾਂ ਚਮੜੀ ਨੂੰ ਲਾ ਦੇਣ ਵਾਲਾ ਸੀ। I can imagine some skin pieces, just moving from his body. ਮੈਂ ਸੋਚ ਸਕਦਾ ਹਾਂ ਕਲਪਨਾ ਕਰ ਸਕਦਾ ਕਿ ਜਦੋਂ ਉਹਦੇ ਕੋੜੇ ਮਾਰੇ ਗਏ ਤਾਂ ਉਹ ਇਦਾਂ ਪੱਟੀਆਂ ਬਣ ਕੇ ਉਤਰ ਰਹੇ ਸੀ। And his skin from the back would have been of this condition. ਹੋ ਸਕਦਾ ਕਿ ਉਹਦੀ ਜਿਹੜੀ ਪਿਛਲੇ ਪਾਸੇ ਦੀ ਚਮੜੀ ਸੀ ਉਹ ਇਸ ਤਰ੍ਹਾਂ ਪੱਟੀਆਂ ਬਣ ਕੇ ਉਤਰ ਰਹੀ ਸੀ। And medically the doctors say that
once the flogging was done, there was a high possibility that Jesus' skeletal bones were visible. ਅਤੇ ਡਾਕਟਰੀ ਤੌਰ ਤੇ ਕੁਝ ਡਾਕਟਰ ਇਸ ਪ੍ਰਕਾਰ ਕਹਿੰਦੇ ਹਨ ਕਿ ਜਦੋਂ ਯਿਸੂ ਦੇ ਕੋੜੇ ਮਾਰੇ ਗਏ ਤਾਂ ਅੰਤ ਦੇ ਵਿੱਚ ਉਹਦਾ ਪਿੰਜਰ ਦੀਆਂ ਹੱਡੀਆਂ ਵਿਖਣ ਲੱਗ ਪਈਆਂ ਸੀ। Just keep this in mind. ਇਸ ਗੱਲ ਨੂੰ ਆਪਣੇ ਦਿਮਾਗ 'ਚ ਰੱਖੋ। There is a full possibility that the Roman soldiers could see his flesh coming out. ਇੱਥੇ ਪੂਰੀ ਸੰਭਾਵਨਾ ਹੈ ਕਿ ਉਹ ਜਿਹੜੇ ਰੋਮੀ ਸੈਨਿਕ ਨੇ ਉਹ ਇਸ ਚੀਜ਼ ਨੂੰ ਵੇਖ ਸਕਣ ਕਿ ਉਹਦੀ ਜਿਹੜੀ ਹੱਡੀ ਆ ਉਹ ਵਿਖਣ ਲੱਗ ਪਈ ਸੀ। There was no more place for them to whip Jesus. ਤੇ ਉੱਥੇ ਕੋਈ ਹੋਰ ਥਾਂ ਨਹੀਂ ਸੀ ਕਿ ਉਹ ਹੋਰ ਯਿਸੂ ਨੂੰ ਕੋੜੇ ਮਾਰਨ। And after that, he's been compelled to carry a cross that is of 136 kg. ਅਤੇ ਉਸ ਤੋਂ ਬਾਅਦ ਜਿਹੜਾ 136 ਕਿਲੋ ਦੀ ਸਲੀਬ ਸੀ ਉਸ ਨੂੰ ਚੁੱਕ ਕੇ ਲੈ ਕੇ ਜਾਣ ਦੇ ਲਈ ਮਜਬੂਰ ਕੀਤਾ ਗਿਆ। The word says that there was no blood on his body. ਵਚਨ ਕਹਿੰਦਾ ਕਿ ਉਸ ਦੇ ਸਰੀਰ ਦੇ ਵਿੱਚ ਇੱਕ ਬੂੰਦ ਵੀ ਲਹੂ ਨਹੀਂ ਸੀਗਾ, ਖੂਨ ਨਹੀਂ That's ਸੀ। what the word says, that there was no drop of blood. And what came out? Water came out. ਅਤੇ ਵਚਨ ਦੇ ਵਿੱਚ ਲਿਖਿਆ ਉਸ ਦੇ ਸਰੀਰ ਦੇ ਵਿੱਚ ਇੱਕ ਬੂੰਦ ਵੀ, ਇੱਕ ਕਤਰਾ ਲਹੂ ਨਹੀਂ ਬਚਿਆ। As I studied, it says that an average male will have 5.5 liters of blood. ਜਿੱਦਾਂ ਕਿ ਮੈਂ ਕੁਝ ਅਧਿਐਨ ਤੇ ਪੜ੍ਹਾਈ ਕੀਤੀ, ਉਸ ਦੇ ਹਿਸਾਬ ਨਾਲ ਮੰਨਿਆ ਜਾਂਦਾ ਹੈ ਕਿ ਇੱਕ ਮਨੁੱਖ ਦੇ ਸਰੀਰ ਦੇ ਵਿੱਚ 5.5 ਲੀਟਰ ਖੂਨ ਹੁੰਦਾ ਹੈ। 5.5 liters of blood was given for our redemption. 5.5 ਲੀਟਰ ਜਿਹੜਾ ਲਹੂ ਹੈ ਉਹ ਸਾਡੇ ਲਈ ਦਿੱਤਾ ਗਿਆ। 5.5 liters of blood was given for our salvation. ਸਾਡੇ ਉद्धार ਦੇ ਲਈ 5.5 ਜਿਹੜਾ ਲੀਟਰ ਹੈ ਉਹ ਸਾਡੇ ਲਈ ਦਿੱਤਾ ਗਿਆ। Hallelujah. Hallelujah. But let me tell you one good news. ਪਰ ਮੈਂ ਅੱਜ ਤੁਹਾਨੂੰ ਇੱਕ ਖੁਸ਼ਖਬਰੀ ਦੱਸਣਾ ਚਾਹੁੰਦਾ। That blood is still alive. ਜਿਹੜਾ ਯਿਸੂ ਦਾ ਲਹੂ ਹੈ ਉਹ ਅੱਜ ਵੀ ਜਿਉਂਦਾ ਹੈ। Hallelujah. ਹਾਲੇਲੂਇਆ। That blood, the blood of Jesus, is still active. ਜਿਹੜਾ ਯਿਸੂ ਦਾ ਲਹੂ ਹੈ ਉਹ ਅੱਜ ਵੀ ਕੰਮ ਕਰਦਾ ਹੈ। That blood still speaks than the blood of Abel. ਉਹ ਹਾਬਿਲ ਦੇ ਲਹੂ ਦੇ ਨਾਲੋਂ ਵੱਧ ਕੇ ਅੱਜ ਯਿਸੂ ਦਾ ਲਹੂ ਸਾਡੇ ਨਾਲ ਬਾਤ That ਕਰਦਾ ਹੈ। blood is going to heal you this ਉਹ ਯਿਸੂ morning. ਦਾ ਲਹੂ ਅੱਜ ਸਵੇਰ ਦੇ ਸਮੇਂ ਤੁਹਾਨੂੰ ਚੰਗਾ ਕਰਨ ਵਾਲਾ ਹੈ। Hallelujah. 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 In blood bank you have blood kept for 42 days only. ਅਸੀਂ ਕਈ ਵਾਰ ਵੇਖਦੇ ਹਾਂ ਕਿ ਜਿਹੜਾ ਲਹੂ ਹੈ, ਜਿਹੜਾ ਖੂਨ ਹੈ, ਜਦੋਂ ਅਸੀਂ ਦਿੰਨੇ ਹਾਂ ਉਹਨੂੰ 42 ਦਿਨਾਂ ਦੇ ਲਈ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। Every packet of 100 gram blood is only to be kept for 42 days. ਜਿਹੜਾ 100 ਗ੍ਰਾਮ ਦਾ ਜਿਹੜਾ ਲਹੂ ਦਾ ਪੈਕੇਟ ਹੈ ਉਸ ਨੂੰ ਸਿਰਫ 42 ਦਿਨਾਂ ਤੱਕ ਸਟੋਰ ਕਰਕੇ And ਰੱਖਿਆ ਜਾ ਸਕਦਾ ਹੈ। after 42 days they have to throw it. 42 ਦਿਨਾਂ ਦੇ ਬਾਅਦ ਉਹਨਾਂ ਨੂੰ ਸੁੱਟਣਾ ਪੈਂਦਾ ਹੈ। And for these 42 days this packet of blood has to be kept under 6-degree refrigeration. ਇਹ ਜਿਹੜਾ 42 ਦਿਨਾਂ ਦੇ ਲਈ ਲਹੂ ਨੂੰ ਸਾਂਭਿਆ ਜਾਂਦਾ ਹੈ, ਇਹ ਸਿਰਫ 6 ਡਿਗਰੀ ਤਾਪਮਾਨ ਤੇ ਰੱਖਿਆ ਜਾਂਦਾ ਹੈ। But even after 2024 years ਇੱਥੋਂ after, ਤੱਕ ਕਿ 2024 ਸਾਲ ਤੋਂ ਬਾਅਦ ਵੀ hallelujah, Hallelujah. even after 7,38,000 days, ਇੱਥੋਂ ਤੱਕ ਕਿ 7,38,760 ਦਿਨਾਂ oh ਬਾਅਦ my ਵੀ Jesus' blood is still ਸਾਡਾ pure. ਯਿਸੂ ਦਾ ਲਹੂ ਅੱਜ ਵੀ ਸ਼ੁੱਧ ਹੈ। My Jesus' blood is still ਮੇਰੇ active. ਯਿਸੂ ਦਾ ਲਹੂ ਅੱਜ ਵੀ ਕੰਮ ਕਰਦਾ ਹੈ। And his blood still washes the sins of the world. ਯਿਸੂ ਦਾ ਲਹੂ ਅੱਜ ਵੀ ਸੰਸਾਰ ਦੇ ਪਾਪਾਂ ਨੂੰ ਧੋਂਦਾ ਹੈ। What a wonderful Savior we ਕਿੰਨਾ have. ਇੱਕ ਬਹੁਤ ਹੀ ਅਦਭੁਤ ਮੁਕਤੀਦਾਤਾ ਸਾਡੇ ਜੀਵਨ ਦੇ ਵਿੱਚ। Hallelujah. Hallelujah. This morning may the blood of Jesus heal you. ਅੱਜ ਦੇ ਸਵੇਰ ਯਿਸੂ ਦਾ ਲਹੂ ਤੁਹਾਨੂੰ Oh, ਚੰਗਾ ਕਰੇਗਾ। the word says that by his stripes we are healed. ਯਿਸੂ ਦਾ ਵਚਨ ਕਹਿੰਦਾ ਕਿ ਉਹਦੇ ਕੋੜੇ ਖਾਣ ਦੇ ਦੁਆਰਾ ਸਾਨੂੰ Church, ਚੰਗਿਆਈ ਮਿਲੀ। take this word right now. ਕਲੀਸਿਆ ਇਹਨਾਂ ਵਚਨਾਂ ਨੂੰ ਲਓ। May this be a prophetic declaration over some of ਤੇ you. ਹੋ ਸਕਦਾ ਕਿ ਅੱਜ ਸਵੇਰ ਦੇ ਸਮੇਂ ਤੁਹਾਡੇ ਉੱਤੇ ਘੋਸ਼ਣਾ ਕੀਤੀ ਜਾਵੇ। You may be down in health. ਹੋ ਸਕਦਾ ਤੁਸੀਂ ਆਪਣੇ ਸਰੀਰਿਕ Or you may be emotionally ਹੋ down. ਸਕਦਾ ਤੁਸੀਂ ਭਾਵਨਾਤਮਕ ਰੂਪ ਨਾਲ ਕਮਜ਼ੋਰ Mentally you ਹੋ। are so distressed. ਹੋ ਸਕਦਾ ਮਾਨਸਿਕ ਰੂਪ ਨਾਲ ਤੁਸੀਂ ਕਮਜ਼ੋਰ ਹੋ। The blood of Jesus may heal you. ਯਿਸੂ ਦਾ ਲਹੂ ਤੁਹਾਨੂੰ ਚੰਗਾ ਕਰੇਗਾ। Hallelujah. 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 Receive healing in Jesus' ਯਿਸੂ ਦੀ name. ਚੰਗਾਈ ਨੂੰ ਲਓ ਅੱਜ। Praise God. ਹਾਲੇਲੂਇਆ ਪਰਮੇਸ਼ਰ ਦੀ ਮਹਿਮਾ। Hallelujah. ਹਾਲੇਲੂਇਆ। There came a time where Jesus had to give a spirit. ਹੁਣ ਇੱਥੇ ਸਮਾਂ ਆ ਪਹੁੰਚਿਆ ਸੀ ਕਿ ਉਹ ਆਪਣੀ ਆਤਮਾ ਨੂੰ ਤਿਆਗੇ। 14 hours of torture, I'm sure he could even sip a teaspoon of water. 14 ਘੰਟਿਆਂ ਦੇ ਸਤਾਵ ਦੇ ਦੌਰਾਨ ਜਾਂ ਉਸ ਤੋਂ ਬਾਅਦ ਵੀ ਉਸਨੇ ਇੱਕ ਚਮਚ ਪਾਣੀ ਵੀ ਨਹੀਂ ਪੀਤਾ ਸੀ। Roman soldiers were not that good. ਜਿਹੜੇ ਰੋਮੀ ਸੈਨਿਕ ਸੀ ਉਹ ਇੰਨੇ ਚੰਗੇ ਨਹੀਂ ਸਨ। He couldn't even sip a
teaspoon of water. ਇੱਥੋਂ ਤੱਕ ਕਿ ਉਹਨਾਂ ਨੇ ਇੱਕ ਚਮਚ ਪਾਣੀ ਵੀ ਨਹੀਂ ਉਹਨੂੰ ਦਿੱਤਾ। Jesus is in need of water. ਪਰ ਯਿਸੂ ਮਸੀਹ ਨੂੰ ਹੁਣ ਪਾਣੀ ਦੀ ਲੋੜ ਸੀ। The word says in Gospels it was 3 o'clock. ਹੁਣ ਵਚਨ ਇਸ ਪ੍ਰਕਾਰ ਕਹਿੰਦਾ ਕਿ ਹੁਣ ਦੁਪਹਿਰ ਦੇ 3 ਵੱਜ ਚੁੱਕੇ ਸਨ। Bright sunny day. ਔਰ ਪੂਰੀ ਕੜੀ ਧੁੱਪ ਸੀ। No blood left. ਯਿਸੂ ਦੇ ਸਰੀਰ ਦੇ ਵਿੱਚ ਇੱਕ ਬੂੰਦ ਲਹੂ ਨਹੀਂ ਰਹਿ No ਚੁੱਕੀ। more energy. ਉਹਦੇ ਸਰੀਰ ਦੇ ਵਿੱਚ ਤਾਕਤ ਨਹੀਂ ਰਹਿ ਚੁੱਕੀ ਸੀ। Totally broken. ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। He is not able to move 1 inch right or ਉਹ left. ਇੱਥੇ ਔਰ ਉੱਥੋਂ ਹਿੱਲ ਨਹੀਂ ਸਕਦਾ ਸੀਗਾ। He's saying, I need water. ਅਤੇ ਯਿਸੂ ਨੇ ਕਿਹਾ ਮੈਂ ਪਿਆਸਾ ਹਾਂ। These Roman soldiers, they had a sponge of vinegar kept over there, a bitter vinegar over ਹੁਣ there. ਜਿਹੜੇ ਸੈਨਿਕ ਸਨ ਉਹਨਾਂ ਕੋਲ ਇੱਕ ਸਮਾਨ ਸੀ ਜਿਹੜਾ ਸਿਰਕੇ ਨਾਲ ਭਰਿਆ ਹੋਇਆ And ਸੀ। they were not that kind enough to go climb through a ladder and give a glass of water to ਹੁਣ ਉਹ Jesus. ਇੰਨੇ ਚੰਗੇ ਨਹੀਂ ਸਨ ਕਿ ਉੱਪਰ ਚੜ ਕੇ ਉਸ ਨੂੰ ਪਾਣੀ ਪਿਆ ਸਕਣ। They had it, the sponge over a spear, and they made Jesus to sip it. ਉਹਨਾਂ ਨੇ ਸਪੰਜ ਤੇ ਉਹਨਾਂ ਨੇ ਬਰਛੇ ਤੇ ਸਪੰਜ ਨੂੰ ਲਾਇਆ ਤੇ ਉਸ ਸਿਰਕੇ ਵਾਲਾ ਸਪੰਜ ਉਹਨੂੰ ਉਹਦੇ ਬੁੱਲਾਂ ਨੂੰ ਲਾਇਆ। I think, I have heard these stories where people before passing away, they ask for water. ਤੁਸੀਂ ਇਹ ਬਹੁਤ ਵਾਰ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਮਰਨ ਤੋਂ ਪਹਿਲਾਂ ਪਾਣੀ ਨੂੰ ਮੰਗਦੇ ਹਨ। Or the people, they will come and give a small sip of water over there, on their condition itself. ਹੋ ਸਕਦਾ ਹੈ ਕਿ ਉਸ ਪਰਿਸਥਿਤੀ ਦੇ ਵਿੱਚ ਉਹਨਾਂ ਨੂੰ ਪਾਣੀ ਦਿੱਤਾ I'm ਜਾਂਦਾ sure ਹੈ। Jesus wanted water. ਮੈਂ ਇਸ ਗੱਲ ਤੋਂ ਪੱਕਾ ਕਿ ਯਿਸੂ ਮਸੀਹ ਨੂੰ ਪਾਣੀ ਚਾਹੀਦਾ ਹੋਵੇਗਾ। He's desperately in need of water. ਉਹ ਬਹੁਤ ਅੰਦਰੋਂ ਉਸ ਨੂੰ ਪਾਣੀ ਦੀ ਜ਼ਰੂਰਤ ਸੀ। But a bitter vinegar was given. ਪਰ ਉਹ ਬਹੁਤ ਕੋੜਾ ਜਿਹੜਾ ਸਿਰਕਾ ਸੀ ਉਸਦੇ ਬੁੱਲਾਂ ਤੇ ਲਾਇਆ And ਗਿਆ। as soon he sipped it, he couldn't. ਅਸੀਂ ਜਾਣਦੇ ਕਿ ਉਹਨੂੰ ਪੀ ਨਹੀਂ ਸਕਦਾ ਸੀਗਾ। He is thirsty. ਉਹ ਪਿਆਸਾ ਸੀ। But still he couldn't get a teaspoon of water. ਪਰ ਫਿਰ ਵੀ He couldn't get a teaspoon of water. ਉਹ ਫਿਰ ਵੀ ਉਸਨੂੰ ਇੱਕ ਚਮਚ ਪਾਣੀ ਨਹੀਂ ਮਿਲਿਆ। Now, after that, Jesus said something. ਤੇ ਕੁਝ ਸਮੇਂ ਦੇ ਬਾਅਦ ਯਿਸੂ ਨੇ ਕੁਝ ਆਖਿਆ। He is saying everything is complete. ਯਿਸੂ ਨੇ ਕਿਹਾ ਸਭ ਕੁਝ ਪੂਰਾ ਹੋਇਆ। Hallelujah. Hallelujah. He's about to give his spirit and he's saying everything is complete. ਹੁਣ ਉਹ ਆਪਣੇ ਪ੍ਰਾਣ ਨੂੰ ਛੱਡਣ ਦੇ ਲਈ ਜਾ ਰਿਹਾ ਤੇ ਉਹ ਕਹਿੰਦੇ ਕਿ ਸਭ ਕੁਝ ਪੂਰਾ ਹੋਇਆ। A easier version says that it is finished. ਵਚਨ ਦੇ ਵਿੱਚ ਲਿਖਿਆ ਕਿ ਇਦਾਂ ਲਿਖਿਆ ਕਿ ਉਹ ਪੂਰਾ ਹੋਇਆ। In Greek, it says tetelestai. ਯੂਨਾਨੀ Tetelestai. ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਟੇਟੇਲਿਸਟਾਈ। Everything is complete is translated as tetelestai. ਜਿਹੜਾ ਪੂਰਾ ਹੋਣ ਦਾ ਮਤਲਬ ਹੈ ਯੂਨਾਨੀ ਭਾਸ਼ਾ ਦਾ ਇੱਕ ਸ਼ਬਦ ਹੈ ਟੇਟੇਲਿਸਟਾਈ। The meaning of tetelestai is when the Jewish people went to the temple for their sacrifice. ਜਦੋਂ ਯਹੂਦੀ ਲੋਕ ਬਲੀਦਾਨ ਦੇ ਲਈ ਉਸ ਮੰਦਿਰ ਦੇ ਵਿੱਚ ਜਾਂਦੇ ਸਨ, the high priest would examine the sacrifice. ਤੇ ਜਿਹੜਾ ਉੱਥੋਂ ਦਾ ਮਹਾਯਾਜਕ ਸੀ ਉਹ ਉਹਨਾਂ ਦੇ ਬਲੀਦਾਨ ਨੂੰ ਜਾਂਚਦਾ ਸੀ। And then this high priest will say tetelestai. ਉਦੋਂ ਮਹਾਯਾਜਕ ਇਸ ਗੱਲ ਨੂੰ ਕਹਿੰਦਾ ਸੀ ਟੇਟੇਲਿਸਟਾਈ। He would say tetelestai. ਉਹ ਇਦਾਂ ਕਹਿੰਦਾ ਸੀ ਕਿ ਟੇਟੇਲਿਸਟਾਈ। It means your offering I have accepted. ਜਿਹਦਾ ਮਤਲਬ ਇਹ ਸੀ ਕਿ ਤੁਹਾਡਾ ਜਿਹੜਾ ਬਲੀਦਾਨ ਹੈ ਤੁਹਾਡੀ ਭੇਟ ਕਬੂਲੀ ਗਈ ਆ। Or when a merchant went to the market for some sale and ਤੇ trade, ਜਦੋਂ ਵਪਾਰੀ ਬਾਜ਼ਾਰ ਦੇ ਵਿੱਚ ਕੁਝ ਖਰੀਦਣ ਜਾਂ ਵੇਚਣ ਲਈ ਜਾਂਦੇ and when ਸਨ, the money was handed over after the sale, ਜਦੋਂ ਪੈਸਾ ਇੱਕ ਦੂਜੇ ਨੂੰ ਦਿੱਤਾ ਜਾਂ ਲਿਆ ਜਾਂਦਾ ਸੀ, these two people will say to each other ਤੇ ਇਹ tetelestai. ਜਿਹੜੇ ਦੋ ਲੋਕ ਸਨ, ਇਹ ਦੋ ਵਿਅਕਤੀ ਇੱਕ ਦੂਜੇ ਨੂੰ ਕਹਿੰਦੇ ਸਨ ਟੇਟੇਲਿਸਟਾਈ। It means the deal is ਜਿਹਦਾ done. ਮਤਲਬ ਹੈ ਕਿ ਸਭ ਕੁਝ ਪੂਰਾ ਹੋਇਆ। Everything is finished. ਸਭ ਕੁਝ ਪੂਰਾ ਹੋਇਆ। Jesus is saying tetelestai. ਯਿਸੂ ਇੱਥੇ ਕਹਿੰਦਾ ਹੈ ਕਿ ਟੇਟੇਲਿਸਟਾਈ। I have done my work. ਮੈਂ ਆਪਣੇ ਕੰਮ ਨੂੰ ਪੂਰਾ ਕੀਤਾ ਹੈ। It is finished. ਇਹ ਪੂਰਾ ਹੋਇਆ। Hallelujah. Hallelujah. And that is why we call this day as Good Friday. ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਚੰਗਾ ਸ਼ੁੱਕਰਵਾਰ this ਹੈ। Good Friday is because of tetelestai. ਅੱਜ ਦਾ ਚੰਗਾ ਸ਼ੁੱਕਰਵਾਰ ਉਹ ਟੇਟੇਲਿਸਟਾਈ ਦੇ ਕਾਰਨ ਹੈ। Hallelujah. 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 Jesus did everything for us. ਯਿਸੂ ਨੇ ਉਸ ਸਲੀਬ ਤੇ ਸਭ ਕੁਝ ਸਾਡੇ ਲਈ ਕੀਤਾ। This morning God is saying tetelestai. ਅੱਜ ਸਵੇਰ ਦੇ ਸਮੇਂ ਪਰਮੇਸ਼ਰ ਸਾਨੂੰ ਕਹਿੰਦਾ ਹੈ ਟੇਟੇਲਿਸਟਾਈ। I won't be taking much time. ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। I want you to remember what I have shown to you through representational ਮੈਂ purpose. ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਯਾਦ ਰੱਖੋ ਜੋ ਮੈਂ ਤੁਹਾਨੂੰ ਅੱਜ ਵਿਖਾਇਆ ਹੈ। The 7-inch nail, ਜਿਹੜਾ 7 ਇੰਚ ਦੀ ਜਿਹੜੀ ਕਿੱਲ ਹੈ ਉਸ the whip, the flagellum. ਉਹ ਜਿਹੜਾ ਕੋੜਾ ਹੈ, ਜਿਹੜਾ ਚਮੜੇ ਦਾ ਪੱਟਾ, ਉਸ ਨੂੰ ਯਾਦ ਰੱਖੋ। Oh, 5
5.5 liters of blood. ਅਤੇ 5.5 ਲੀਟਰ ਦਾ ਜਿਹੜਾ ਲਹੂ Oh, ਉਹਦਾ ਬਹਿ the ਚੁੱਕਿਆ ਸੀ shredded skin, the shredded skin. ਅਤੇ ਉਹਦੀ ਚਮੜੀ ਤੇ ਉਹਦੀ ਸਕਿਨ ਦੀ ਜਿਹੜੀ ਉਹ ਪੱਟੀਆਂ ਬਣ That ਸਕੀਆਂ ਉਸ ਨੂੰ 14 ਯਾਦ hours ਰੱਖੋ of torture. ਅਤੇ 14 ਘੰਟਿਆਂ ਦੇ ਸਤਾਵ ਨੂੰ ਯਾਦ And ਰੱਖੋ at the end, God is saying, ਤੇ Tetelestai. ਅੰਤ ਦੇ ਵਿੱਚ ਯਿਸੂ ਮਸੀਹ ਕਹਿੰਦਾ ਹੈ ਕਿ ਸਭ ਕੁਝ ਪੂਰਾ ਹੋਇਆ Oh, hallelujah. No more phlegm. ਹੁਣ ਕੋੜਿਆਂ ਦੀ ਅੱਗੇ ਜ਼ਰੂਰਤ ਨਹੀਂ ਹੈ No, Jesus is saying, no more flagellum. ਹੁਣ ਅੱਗੇ ਕੋੜਿਆਂ ਦੀ ਜ਼ਰੂਰਤ ਨਹੀਂ ਹੈ Jesus is saying, no more 7-inch nail. ਹੁਣ ਤੁਹਾਨੂੰ 7 ਇੰਚ ਦੀ ਕਿਲ ਫੇਰ ਨਹੀਂ Jesus ਲੱਗੇਗੀ is saying, no more 14 hours of ਹੁਣ torture. ਤੁਹਾਨੂੰ 14 ਘੰਟੇ ਲਈ ਸਤਾਵ ਨਹੀਂ ਸਹਿਣਾ ਪਏਗਾ Jesus is saying, no more slap. ਹੁਣ ਯਿਸੂ ਨੇ ਕਿਹਾ ਕਿ ਹੁਣ ਤੁਹਾਡੇ ਮਾਰ ਨਹੀਂ ਪਏਗੀ Jesus is saying, no more ripping apart of the beard. ਤੇ ਯਿਸੂ ਕਹਿ ਰਿਹਾ ਹੈ ਕਿ ਹੁਣ ਤੁਹਾਡੀ ਦਾੜੀ ਨਹੀਂ ਪੁੱਟੀ Oh, ਜਾਏਗੀ Jesus is saying, Tetelestai. ਯਿਸੂ ਮਸੀਹ ਇੱਥੇ ਕਹਿੰਦਾ ਕਿ ਸਭ ਕੁਝ ਪੂਰਾ ਹੋਇਆ Hallelujah. ਹਾਲੇਲੂਇਆ Hallelujah. Hallelujah. Hallelujah.